ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਬਿਲਕਿਸ ਬਾਨੋ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਦੇਸ਼ ਪਿਛਲੇ ਕੁਝ ਦਿਨਾਂ ਤੋਂ ਇਸ ਕੇਸ ਦੀ ਗੱਲ ਕਰ ਰਿਹਾ ਹੈ। ਉਸ ਨੌਜਵਾਨ ਮਹਿਲਾ ਦੇ ਬਲਾਤਕਾਰ, ਉਹਦੀ ਛੋਟੀ ਬੱਚੀ ਦੇ ਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਦੇ ਕਤਲ ਲਈ ਦੋਸ਼ੀ ਗਰਦਾਨੇ ਗਏ ਤੇ ਉਮਰ ਭਰ ਲਈ ਜੇਲ੍ਹ ਭੇਜੇ ਗਏ 11 ਦੋਸ਼ੀਆਂ ਦੀ ਅਚਾਨਕ ਰਿਹਾਈ ਵਾਲੇ ਫੈਸਲੇ ਦੇ ਵਿਰੁੱਧ ਦੇਸ਼ ਭਰ ਵਿੱਚ ਇਸੇ ਸ਼ਨੀਵਾਰ ਨੂੰ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਵੀ ਹੋਏ। ਅਖਬਾਰਾਂ, ਸੰਪਾਦਕੀ, ਸੁਰਖੀਆਂ, ਟੀਵੀ ਦੀਆਂ ਬਹਿਸਾਂ, ਸੋਸ਼ਲ ਮੀਡੀਆ, ਇਸ ਸਭ 'ਤੇ ਬਹੁਤ ਸਾਰੀ ਚਰਚਾ ਹੋ ਰਹੀ ਹੈ। ਹੁਣ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਦੋਸ਼ੀਆਂ ਨੂੰ ਰਿਹਾ ਕਰਨ ਵਾਲੇ ਫੈਸਲੇ ਤੇ ਮੁੜ ਨਜ਼ਰਸਾਨੀ ਕਰਨ ਦਾ ਫੈਸਲਾ ਕੀਤਾ। ਆਉਂਦੇ ਦਿਨਾਂ ਵਿੱਚ ਇਹ ਕੇਸ ਵੀ ਸੁਣਿਆ ਜਾਏਗਾ ਇਨ ਅ ਕਪਲ ਆਫ ਵੀਕਸ। ਅਦਾਲਤ ਸ਼ਾਇਦ ਇਹ ਤੈਅ ਕਰੇਗੀ ਕਿ ਕੀ ਦੋਸ਼ੀਆਂ ਦੀ ਰਿਹਾਈ ਵਿੱਚ ਐਪਲੀਕੇਸ਼ਨ ਆਫ ਮਾਈਂਡ ਹੋਈ ਸੀ, ਸਹੀ ਵਿਚਾਰ ਵਿਮਰਸ਼ ਤੋਂ ਬਾਅਦ ਕੀਤਾ ਗਿਆ ਸੀ ਇਹ ਫੈਸਲਾ। ਅੱਜ ਅਸੀਂ ਇਸ ਬਾਰੇ ਗੱਲ ਕਰਨ ਜਾ ਰਹੇ ਹਾਂ, ਪਰ ਥੋੜੀ ਜਿਹੀ ਤੁਹਾਡੀ ਤਵੱਜੋ ਚਾਹੀਦੀ ਹੈ। ਇਨਫੈਕਟ ਤੁਹਾਡੀ ਸਾਰੀ ਤਵੱਜੋ ਚਾਹੀਦੀ ਹੈ। ਬਿਹਤਰ ਇਹ ਹੋਵੇਗਾ ਕਿ ਤੁਸੀਂ ਅੱਖੀਆਂ ਬੰਦ ਕਰੋ। ਮੈਨੂੰ ਪਤਾ ਟੀਵੀ ਦੇਖ ਰਹੇ ਹੋ, ਪਰ ਅੱਖਾਂ ਬੰਦ ਕਰਕੇ ਮੰਜ਼ਰ ਚਿਤਵਨ ਦੀ ਕੋਸ਼ਿਸ਼ ਕਰੋ। ਪਿੰਡ ਵਿੱਚ ਫਿਰਕੂ ਦੰਗਿਆਂ ਤੋਂ ਡਰਦਾ ਪਰਿਵਾਰ ਭੱਜਿਆ ਹੋਇਆ 50-60 ਕਿਲੋਮੀਟਰ ਦੂਰ ਦੂਸਰੇ ਪਿੰਡ ਵਿੱਚ ਜਾ ਕੇ ਸ਼ਰਨ ਲੈ ਰਿਹਾ, ਜਿੱਥੇ ਦੰਗਈਆ ਦਾ ਇੱਕ ਵੱਡਾ ਟੋਲਾ ਉਹਨਾਂ ਤੇ ਹਮਲਾ ਕਰਦਾ। ਧਾਰਮਿਕ ਨਾਰੇ ਵੀ ਵੱਜ ਰਹੇ ਨੇ, ਪ੍ਰਭੂ ਦਾ ਵੀ ਜ਼ਿਕਰ ਹੋ ਰਿਹਾ, ਚੀਖ ਚਿਹਾੜਾ ਪੈ ਰਿਹਾ ਤੇ 21 ਸਾਲ ਦੀ 5 ਮਹੀਨੇ ਦੀ ਗਰਭਵਤੀ ਕੁੜੀ ਨੂੰ ਉਹਦੀ ਮਾਂ ਦੇ ਸਾਹਮਣੇ ਰੇਪ ਕੀਤਾ ਜਾ ਰਿਹਾ। ਫਿਰ ਮਾਂ ਨੂੰ ਕੁੜੀ ਦੇ ਸਾਹਮਣੇ ਰੇਪ ਕੀਤਾ ਜਾ ਰਿਹਾ। ਇਸ ਦੌਰਾਨ ਉਹਦੀ 3 ਸਾਲ ਦੀ ਬੱਚੀ ਵੀ ਸ਼ੋਰ ਪਾ ਰਹੀ ਹੈ। ਕੋਈ ਉਸ 3 ਸਾਲ ਦੀ ਬੱਚੀ ਨੂੰ ਜ਼ੋਰ-ਜ਼ੋਰ ਨਾਲ ਪਥਰੀਲੀ ਜ਼ਮੀਨ ਉੱਤੇ ਮਾਰ ਰਿਹਾ। ਬਾਕੀ ਵੀ ਬਹੁਤ ਕੁਝ ਚੱਲ ਰਿਹਾ ਔਰ ਉਹ ਚੱਲਦਾ ਰਹਿੰਦਾ ਕੁਝ ਸਮਾਂ। ਫਿਰ ਸਭ ਕੁਝ ਚੱਲਣਾ ਬੰਦ ਹੋ ਜਾਂਦਾ। 17 ਮੈਂਬਰਾਂ ਦੇ ਗਰੁੱਪ ਵਿੱਚੋਂ ਇੱਕ ਅਦਮੋਈ ਹੋਈ ਬਿਲਕਿਸ ਬਾਨੋ, ਇੱਕ ਹੋਰ ਆਦਮੀ ਤੇ ਇੱਕ ਛੋਟੀ ਬੱਚੀ ਬਚਦੇ ਹਨ। ਬਾਕੀ ਸਭ ਮਾਰੇ ਜਾਂਦੇ ਹਨ। ਇਹ ਖੈਰ ਜਿਉਂਦੀ ਬੱਚੀ ਉਹ ਵਾਲੀ ਛੋਟੀ ਬੱਚੀ ਨਹੀਂ ਜਿਸ ਨੂੰ ਜ਼ਮੀਨ ਤੇ ਮਾਰਿਆ ਜਾ ਰਿਹਾ ਸੀ। ਉਹ ਤਾਂ ਖੈਰ ਅੱਖਾਂ ਖੋਲ ਲਵੋ ਜਾਂ ਪਤਾ ਨਹੀਂ ਕਦੋਂ ਖੁੱਲੀਆਂ ਨੇ ਸਾਡੀਆਂ। ਸਿਰਫ ਇੰਨੀ ਕੋਸ਼ਿਸ਼ ਸੀ ਕਿ ਮੰਜ਼ਰ ਯਾਦ ਰਹੇ ਤਾਂ ਗੱਲਬਾਤ ਸਾਰਥਕ ਹੋਵੇਗੀ। ਬਿਲਕਿਸ ਬਾਨੋ ਬਾਰੇ ਗੱਲ ਕਰਾਂਗੇ, ਰੇਪ ਬਾਰੇ ਵੀ, ਹਕੂਮਤਾਂ ਤੇ ਜ਼ੁਲਮਾਂ ਦੇ ਰਿਸ਼ਤਿਆਂ ਬਾਰੇ ਵੀ ਅਤੇ ਉਸ ਸਮਾਜ ਬਾਰੇ ਵੀ ਜਿਸ ਵਿੱਚ ਜੇਲ੍ਹ ਵਿੱਚੋਂ ਛੁੱਟੇ ਅਜਿਹੇ ਦੋਸ਼ੀਆਂ ਦੇ ਗੱਲ ਹਾਰ ਪਾਏ ਜਾਂਦੇ ਹਨ, ਮੱਥੇ ਕੋਈ ਟਿੱਕਾ ਲਾਇਆ ਜਾਂਦਾ ਹੈ ਤੇ ਇਹਨਾਂ ਦੀ ਰਿਹਾਈ ਨੂੰ ਕਾਨੂੰਨ ਦਾ ਜਾਮਾ ਵੀ ਮਿਲਦਾ ਹੈ ਤੇ ਸੱਚੀ ਗੱਲ ਇਹ ਹੈ ਕਿ ਕਿਸੇ ਹੱਦ ਤੱਕ ਸਮਾਜਿਕ ਪ੍ਰਵਾਨਗੀ ਵੀ। ਵਾਈ ਡਜ਼ ਇਟ ਹੈਪਨ? ਸਾਡੇ ਨਾਲ ਇਸ ਚਰਚਾ ਵਿੱਚ ਜੁੜ ਰਹੇ ਨੇ ਸਰਬਜੀਤ ਕੌਰ ਜੀ। ਸਰਬਜੀਤ ਕੌਰ ਪੰਜਾਬ ਦੇ ਕਿੱਸੇ, ਕਹਾਣੀਆਂ, ਅਫਸਾਨੇ ਤੇ ਇਤਿਹਾਸ ਦੇ ਵਿੱਚ ਔਰਤਾਂ ਨੇ ਆਪਣੀਆਂ ਦੇਹੀਆਂ ਉੱਤੇ ਕਿਹੜੇ-ਕਿਹੜੇ ਰਣ ਖੇਤਰ ਝੇਲੇ ਨੇ, ਇਹਨੂੰ ਬੜੀ ਨੇੜਿਓਂ ਸਟੱਡੀ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਾਬਸਤਾ ਨੇ। ਸਾਡੇ ਨਾਲ ਜੁੜ ਰਹੇ ਨੇ ਅਰਪਨ ਮਨਜੀਕ ਜੀ। ਅਰਪਨ ਮਨਜੀਕ ਆਪਣੇ ਵਿਦਿਆਰਥੀ ਸਮਿਆਂ ਤੋਂ ਐਕਟਿਵਿਸਟ ਰਹੇ ਨੇ, ਹੁਣ ਜੌਬ ਵਿੱਚ ਨੇ ਤਾਂ ਟ੍ਰੇਡ ਯੂਨੀਅਨਿਸਟ ਰਹੇ ਨੇ। ਇਹ ਉਹ ਰਾਹ ਨੇ ਜਿਨ੍ਹਾਂ 'ਤੇ ਚਲਦਿਆਂ ਤੁਹਾਨੂੰ ਸਮਾਜ ਨਾਲ ਜੁੜਨਾ ਆਉਂਦਾ ਹੈ। ਕਿਸੇ ਬਿਲਕਿਸ ਬਾਨੋ ਦਾ ਰੇਪ ਕਿਵੇਂ ਸਾਡੇ ਘਰ ਤੱਕ ਦੀ ਕਿਸੇ ਕਥਾ ਨਾਲ ਜੁੜਿਆ ਹੁੰਦਾ ਹੈ, ਸਾਡੀਆਂ ਜੰਗਾਂ ਜੁੱਧਾਂ ਨਾਲ ਜੁੜਿਆ ਹੁੰਦਾ ਹੈ ਤੇ ਮੁੱਢ ਕਦੀਮ ਤੋਂ ਲੈ ਕੇ ਔਰਤਾਂ ਦੀ ਕਿਸੇ ਲੜਾਈ ਨਾਲ ਜੁੜਿਆ ਹੁੰਦਾ ਹੈ। ਉਹਨਾਂ ਸਾਰੇ ਇੰਟਰਸੈਕਸ਼ਨਸ ਨੂੰ, ਉਹਨਾਂ ਤੰਦਾਂ ਨੂੰ ਬਹੁਤ ਨੇੜਿਓਂ ਜਾਣਦੇ ਨੇ। ਸਾਡੇ ਨਾਲ ਜੁੜ ਰਹੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵਕੀਲ ਹਰੀਸ਼ ਮਹਿਲਾ ਜੀ। ਹਰੀਸ਼ ਮਹਿਲਾ ਜੀ, ਕਿਉਂਕਿ ਇਸ ਕੇਸ 'ਤੇ ਬਹੁਤ ਸਾਰੇ ਲੀਗਲ ਐਸਪੈਕਟ ਨੇ, ਕਿਸੇ ਨੂੰ ਉਮਰ ਭਰ ਕਿਉਂ ਜੇਲ੍ਹ ਵਿੱਚ ਰਹਿਣਾ ਪੈਂਦਾ, ਕੋਈ 30-30 40-40 ਸਾਲ ਜੇਲ੍ਹ ਵਿੱਚ ਰਹਿੰਦਾ ਤੇ ਉਹਦੀ ਰਿਮਿਸ਼ਨ ਦੀ ਕਦੀ ਅਰਜ਼ੀ ਵੀ ਨਹੀਂ ਲੱਗਦੀ ਤੇ ਕਿਸੇ ਦੀ ਕੁਝ ਮਹੀਨਿਆਂ ਬਾਅਦ ਹੀ ਲੱਗ ਜਾਂਦੀ ਹੈ, ਕੋਈ ਕੁਝ ਸਾਲਾਂ ਬਾਅਦ ਛੁੱਟ ਜਾਂਦਾ। ਇਹ ਸਾਰੇ ਕਾਰੇ ਕਿਵੇਂ ਅੰਜਾਮ ਦਿੱਤੇ ਜਾਂਦੇ ਹਨ, ਇਸ ਸਾਰੀ ਖੇਤਰ ਨੂੰ ਬਹੁਤ ਨੇੜਿਓਂ ਦੇਖਦੇ ਹਨ। ਪਰ ਸਰਬਜੀਤ ਜੀ, ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਪ੍ਰਵਾਨਗੀ ਬਾਰੇ ਹੈ। ਇਹ ਤਾਂ ਇਹਦੇ 'ਚ ਤੁਸੀਂ ਕਿਸੇ ਨਾਲ ਵੀ ਬਹਿਸ ਕਰ ਲਓ, ਕੋਈ ਪੁਆਇੰਟ ਆਫ ਕੰਟੈਂਸ਼ਨ ਨਹੀਂ ਹੈ। ਕਿਸੇ ਨੇ ਜਾ ਕੇ ਹਮਲਾ ਕੀਤਾ, ਕਿਸੇ ਔਰਤ ਦਾ ਰੇਪ ਕੀਤਾ, ਕਿਸੇ ਦਾ ਕਤਲ ਕੀਤਾ, ਮਾੜੀ ਗੱਲ ਹੈ। ਕੋਈ ਦੇਸ਼ ਦੇ ਵਿੱਚ ਰਾਜਨੀਤਿਕ ਧਿਰ ਨਹੀਂ ਹੈ ਜਿਹੜੀ ਇਹ ਕਹੇਗੀ ਕਿ ਨਹੀਂ ਜੀ ਇਹ ਕੋਈ ਚੰਗੀ ਗੱਲ ਹੈ। ਜਦੋਂ ਇਹਦੇ 'ਤੇ ਆਮ ਸਹਿਮਤੀ ਹੈ ਤਾਂ ਫਿਰ ਲਗਾਤਾਰ ਇਸ ਕਿਸਮ ਦੇ ਜਿਹੜੇ ਕਥਾਨਕ ਨੇ, ਬਿਲਕਿਸ ਬਾਨੋ ਦਾ ਇੱਕ ਕੇਸ ਹੈ,
ਇਕੱਲੇ ਉਹਨਾਂ ਹੀ ਦਿਨਾਂ ਦੇ ਵਿੱਚੋਂ ਉਸੇ ਹੀ ਖੇਤਰ ਦੇ ਵਿੱਚੋਂ ਜਿੰਨੀਆਂ ਘਟਨਾਵਾਂ ਦੀ ਇੱਕ ਲੜੀ ਹੈ, ਚਾਹੇ ਉਹ ਬੈਸਟ ਬੇਕਰੀ ਹੋਵੇ, ਚਾਹੇ ਉਹ ਜ਼ਾਕੀਆ ਜਾਫਰੀ ਦਾ ਕਾਂਡ ਹੋਵੇ, ਇੱਕ ਲਗਾਤਾਰ ਸਰਦਾਰ ਪੁਰੇ ਦਾ ਉੱਥੇ ਕਾਂਡ ਨੇ, ਓਡ ਦੇ ਕਾਂਡ ਨੇ, ਇਹ ਲਗਾਤਾਰ ਜਿਹੜੇ ਕਾਂਡ ਨੇ ਇੱਕ ਗੱਲ ਤਾਂ ਇਹ ਦਿਖਾਉਂਦੇ ਕਿ ਸਮਾਜ ਦੇ ਵਿੱਚ ਕੋਈ ਕੁਵਤ ਐਸੀ ਹੈ, ਕੋਈ ਇੱਕ ਧੜਾ ਐਸਾ ਹੈ, ਕੋਈ ਸਮਾਜ ਦਾ ਸੈਕਸ਼ਨ ਐਸਾ ਹੈ ਜਿਹੜਾ ਇਸ ਕਿਸਮ ਦੇ ਦੰਗੇ ਨੂੰ, ਇਹਨਾਂ ਰੇਪਸ ਨੂੰ, ਇਹਨਾਂ ਬਲਾਤਕਾਰ ਨੂੰ ਇੱਕ ਪੋਲੀਟੀਕਲ ਪ੍ਰੋਜੈਕਟ ਦੇ ਤੌਰ ਦੇ ਉੱਤੇ ਪ੍ਰਵਾਨਗੀ ਦਿੰਦਾ। ਇਸ ਸਹਿਮਤੀ ਦੇ ਵਿੱਚੋਂ, ਉਹਨਾਂ ਦੰਗਿਆਂ ਦੇ ਵਿੱਚੋਂ ਸਰਕਾਰਾਂ ਨਿਕਲਦੀਆਂ ਨੇ, ਤੇ ਅਸੀਂ ਦੇਸ਼ ਦੇ ਵਿੱਚ ਬਾਰ-ਬਾਰ 47 ਤੋਂ ਬਾਅਦ ਵੀ ਤੇ ਪਹਿਲਾਂ ਵੀ ਦੰਗਿਆਂ ਦੇ ਵਿੱਚੋਂ ਜਾਂ ਹਕੂਮਤ ਜਾਂ ਰਾਜ ਜਾਂ ਇਨਫਲੂਐਂਸ ਜਾਂ ਵੋਟਾਂ ਨਿਕਲਦੀਆਂ ਵੇਖੀਆਂ ਨੇ। ਜੇ ਦੰਗਾ ਪੇ ਕਰ ਰਿਹਾ, ਜੇ ਰੇਪ ਪੇ ਕਰਦਾ, ਜੇ ਸਮਾਜ ਦੇ ਵਿੱਚ ਕੁਵਤ ਨੂੰ ਸਮਾਜਿਕ ਪ੍ਰਵਾਨਗੀ ਹੈ, ਤਾਂ ਜਿਹੜਾ ਅੱਜ ਡਿਬੇਟ ਹੋ ਰਿਹਾ ਕੀ ਤੁਹਾਨੂੰ ਉਹਦੇ ਵਿੱਚ ਉਹ ਸਾਰੇ ਐਸਪੈਕਟ ਰਿਫਲੈਕਟ ਹੁੰਦੇ ਦਿਖਾਈ ਦੇ ਰਹੇ ਨੇ ਕਿ ਅਸੀਂ ਡਿਬੇਟ ਨੂੰ ਇੱਥੋਂ ਤੱਕ ਹੀ ਸੀਮਤ ਦੇਖਾਂਗੇ ਕਿ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਰਿਹਾ ਕਰਨਾ ਗਲਤ ਸੀ ਤੇ ਸੁਪਰੀਮ ਕੋਰਟ ਨੂੰ ਚਾਹੀਦਾ ਇਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ ਪਾ ਦੇਵੇ? ਦੈਟਸ ਮੋਰ ਸਿੰਪਲ। ਤੁਸੀਂ ਮੇਰੀ ਇੰਟਰੋਡਕਸ਼ਨ 'ਚ ਹੀ ਕਿਹਾ ਕਿ ਮੈਂ ਕਥਾ ਕਹਾਣੀਆਂ ਨਾਲ ਤੇ ਔਰਤ ਦੀ ਦੇਹ ਤੇ ਕੀ ਵਾਪਰਦਾ ਉਹਨਾਂ ਕਥਾ ਕਹਾਣੀਆਂ ਨਾਲ ਨੇੜੇ ਵਾਬਸਤਾ। ਅਸੀਂ ਕਿਸੇ ਮਸਲੇ ਤੇ ਇਸ ਲਈ ਗੱਲ ਨਹੀਂ ਕਰਦੇ ਕਿ ਕੀ ਵਾਪਰ ਗਿਆ, ਕੀ ਵਾਪਰਨਾ ਚਾਹੀਦਾ। ਅਸੀਂ ਇਸ ਲਈ ਵੀ ਕਰਦੇ ਹਾਂ ਕਿ ਇਹ ਵਾਪਰਿਆ, ਅਸੀਂ ਇਹਦੇ ਗਵਾਹ, ਅਸੀਂ ਇਹਦੇ ਸਾਖੀ ਹਾਂ। ਤੇ ਤੁਸੀਂ ਇਹਦੇ ਬਾਰੇ ਮਹਿਸੂਸ ਕਿੱਦਾਂ ਕਰਦੇ ਹੋ? ਕੀ ਤੁਸੀਂ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਉਂਦੇ ਔਰ ਇੱਕ ਚੇਤਨ ਇਨਸਾਨ ਦੇ ਤੌਰ ਤੇ ਆਪਣੇ ਆਪ ਨੂੰ ਵੀ ਕੰਸੀਡਰ ਕਰਦੇ ਹੋ, ਮੰਨਦੇ ਹੋ ਕਿ ਮੇਰੇ ਨਾਲ ਮੇਰੇ ਸਮਿਆਂ 'ਚ ਸਾਰਾ ਕੁਝ ਹੋ ਰਿਹਾ ਹੈ ਤੇ ਮੈਂ ਇਹਨੂੰ ਪਰਸੀਵ ਕਿਵੇਂ ਕਰਨਾ? ਕਿਉਂਕਿ ਇੱਕ ਕਹਾਣੀ ਹੈ ਬਿਲਕਿਸ ਬਾਨੋ ਦੀ ਜਿਹੜੀ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ, ਜਿਹਤੇ ਤੁਸੀਂ ਕਿਹਾ ਕਿ ਸਾਰਿਆਂ ਦੀ ਲਗਭਗ ਸਹਿਮਤੀ ਹੈ ਕਿ ਗਲਤ ਹੋਇਆ। ਇੱਕ ਧੜੇ ਦੀ ਉਹਦੀ ਕਹਾਣੀ ਹੈ ਜਿਹੜਾ ਕਹਿੰਦਾ ਕਿ ਸਾਡੇ ਨਾਲ ਮਿਨੋਰਿਟੀ ਹੋਣ ਦੇ ਨਾਤੇ, ਸਾਡੇ ਦੇਸ਼ ਹੋਣ ਦੇ ਨਾਤੇ ਸਾਡੇ ਨਾਲ ਠੀਕ ਨਹੀਂ ਹੋਇਆ, ਟ੍ਰੇਨ ਸਾੜੀ ਗਈ, ਉਹਦਾ ਇੱਕ ਇਹ ਰਿਐਕਸ਼ਨ ਸੀ। ਤੇ ਇਹ ਇੱਕ ਕਹਾਣੀ ਹੈ। ਮੇਰੀ ਕਹਾਣੀ ਕਿੱਥੇ ਆ? ਮੈਂ ਕਿਹੜੀ ਕਹਾਣੀ ਕਹਿਣਾ ਚਾਹੁੰਦੀ ਹਾਂ? ਤੁਸੀਂ ਇਹ ਸਾਰੇ ਘਟਨਾਕ੍ਰਮ ਜਿਹੜਾ ਇੱਕ ਨਹੀਂ ਹੈ, ਜਿਹਦੀ ਲੜੀ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਪਦੀਆਂ ਕਹਾਣੀਆਂ ਨੂੰ, ਇਹਨਾਂ ਕਹਾਣੀਆਂ 'ਚ ਅਸੀਂ ਕਿਵੇਂ ਸੋਚਦੇ ਹਾਂ, ਮਹਿਸੂਸ ਕਰਦੇ ਹਾਂ, ਸਾਡੀਆਂ ਦੇਹਾਂ ਤੇ ਸਾਡੇ ਜ਼ਿਹਨਾਂ ਤੇ ਕਿਵੇਂ ਵਾਪਰਦੀਆਂ ਨੇ, ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਤੇ ਮੈਨੂੰ ਲੱਗਦਾ ਕਿ ਗੱਲ ਇਸ ਲਈ ਕਰਨੀ ਚਾਹੀਦੀ ਹੈ। ਇਸ ਤੋਂ ਅਗਲੀ ਜਿਹੜੀ ਗੱਲ ਮੈਂ ਬਿਲਕਿਸ ਬਾਨੋ ਦੇ ਮਸਲੇ 'ਚ ਕਰਨਾ ਚਾਹੂੰਗੀ ਕਿ ਜਿਹੜੇ ਲੋਕ ਕਿਸੇ ਵੀ ਪੱਖ ਤੋਂ ਇਸ ਮਸਲੇ ਬਾਰੇ ਸੋਚ ਰਹੇ ਨੇ, ਉਹਨਾਂ ਦੇ ਸੋਚਣ ਦੇ ਵੀ ਕੁਝ ਆਸਪੈਕਟ ਨੇ। ਮੈਂ ਅੱਜ ਜਿੱਥੇ ਖੜ ਕੇ ਬੋਲ ਰਹੀ ਹਾਂ, ਮੇਰੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਬੋਲ ਰਹੀਆਂ ਨੇ। ਉਹਨਾਂ ਨੂੰ ਉਹਨਾਂ ਦੀਆਂ ਕਹਾਣੀਆਂ ਦਿੱਤੀਆਂ ਗਈਆਂ ਨੇ, ਜਿਹੜੀ ਵੀ ਪੋਜੀਸ਼ਨ ਲੈ ਰਿਹਾ। ਕੀ ਅਸੀਂ ਉਹਨਾਂ ਦੇ ਸਾਹਮਣੇ ਖੜ ਕੇ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਜੋ ਕਹਾਣੀ ਤੁਹਾਨੂੰ ਦੱਸੀ ਗਈ ਹੈ ਤੇ ਜਿਸ ਕਹਾਣੀ ਤੇ ਤੁਸੀਂ ਯਕੀਨ ਕਰਦੇ ਹੋ, ਉਹ ਕਹਾਣੀ ਥੋਥੀ ਹੈ, ਉਸ ਕਹਾਣੀ ਦੇ ਵਿੱਚ ਕੁਛ ਵੀ ਨਹੀਂ ਹੈ ਸਿਵਾਏ ਰਾਜਨੀਤੀ ਦੇ ਤੇ ਸਿਵਾਏ ਇਸ ਚੀਜ਼ ਦੇ ਕਿ ਇਹਦਾ ਫਾਇਦਾ ਕਿਸੇ ਇੱਕ ਧਿਰ ਨੂੰ ਹੋਣਾ, ਤੁਹਾਨੂੰ ਨਹੀਂ ਹੋਣਾ? ਜੇ ਰੇਪਸ ਨਾਲ ਹੀ ਸੰਸਾਰ ਨੂੰ ਸਮਝਣਾ ਤਾਂ 47 ਵਿੱਚ ਸਾਡੇ ਖਿੱਤੇ ਨੇ ਰੇਪ ਦੇਖੇ ਨੇ। ਬਿਲਕੁਲ। ਮੈਨੂੰ ਲੱਗਦਾ ਉਸ ਵੇਲੇ ਸਮਾਜਿਕ ਪ੍ਰਵਾਨਗੀ ਵੀ ਤਾਂ ਹੋਵੇਗੀ ਨਾ, ਜੇ ਇੰਨੇ ਵਡੇਰੇ ਰੂਪ ਦੇ ਵਿੱਚ ਜਗ੍ਹਾ ਜਗ੍ਹਾ। ਇਹ ਤਾਂ ਹੈ ਨਹੀਂ ਕਿ ਬਟਾਲੇ ਤੇ ਲਾਹੌਰ ਤੇ ਔਕਾੜੇ ਤੇ ਸਾਹੀਵਾਲ ਤੇ ਲੁਧਿਆਣੇ ਤੇ ਜਲੰਧਰ ਬੈਠੇ ਲੋਕਾਂ ਨੇ ਆਪਸ ਵਿੱਚ ਕੋਈ ਸਲਾਹ ਕੀਤੀ ਹੋਏਗੀ ਕਿ ਹੁਣ ਆਪਾਂ ਇਹਨਾਂ ਨੂੰ ਰੇਪ ਕਰੀਏ। ਇਹਦਾ ਮਤਲਬ ਹੈ ਇੱਕ ਸਮਾਜਿਕ ਪ੍ਰਵਾਨਗੀ ਹੈ, ਇੱਕ ਪੋਲੀਟੀਕਲ ਪ੍ਰੋਜੈਕਟ ਹੈ ਕਿ ਅਸੀਂ ਇੱਥੋਂ ਸਫਾਇਆ ਕਰਨਾ ਕਿਸੇ ਦਾ, ਉਸ ਨੂੰ ਭੇਜਣਾ। ਉਹਨਾਂ ਦੇ ਮੁੰਡਿਆਂ ਨੂੰ ਕੁੱਟਿਆ ਜਾ ਸਕਦਾ, ਕੁੜੀਆਂ ਨੂੰ ਰੇਪ ਕੀਤਾ ਜਾ ਸਕਦਾ, ਜ਼ਮੀਨਾਂ ਖੋਹੀਆਂ ਜਾ ਸਕਦੀਆਂ ਨੇ। ਇਟਸ ਅ ਪੋਲੀਟੀਕਲ ਪ੍ਰੋਜੈਕਟ। ਉਹ ਪੋਲੀਟੀਕਲ ਪ੍ਰੋਜੈਕਟ ਕਰ ਰਹੇ ਸੀ। ਸੋ ਮੇਬੀ ਅਰਪਨ ਕੋਈ ਇਹ ਸੋਚ ਰਿਹਾ ਸੀ ਕਿ ਅਸੀਂ ਬਿਲਕਿਸ ਬਾਨੋ ਨੂੰ ਰੇਪ ਥੋੜੀ ਕਰ ਰਹੇ ਹਾਂ, ਅਸੀਂ ਇੱਕ ਪੋਲੀਟੀਕਲ ਪ੍ਰੋਜੈਕਟ ਦਾ ਹਿੱਸੇ ਹਾਂ। ਜਿਸ ਤਰ੍ਹਾਂ ਇੱਥੇ ਲੋਕ ਪੋਲੀਟੀਕਲ ਪ੍ਰੋਜੈਕਟਾਂ 'ਚ ਮਾਰੇ ਜਾਂਦੇ ਨੇ, ਕੋਈ ਬੰਦੂਕ ਚੱਕ ਕੇ ਮੁੰਡੇ ਘਰੋਂ ਤੁਰ ਪੈਂਦੇ ਨੇ, ਜਿਹੜੇ ਇਹ ਕਰ ਸਕਦੇ ਸੀ ਉਹ ਇਹ ਕਰ ਰਹੇ ਨੇ। ਯੂ ਥਿੰਕ ਦੈਟ ਇਜ਼ ਵਾਟ ਗੈਟਸ ਦ ਅਪਰੂਵਲ? ਬਿਲਕੁਲ। ਜਦੋਂ ਅਸੀਂ ਇਹ ਦੇਖਦੇ ਹਾਂ, ਖਾਸ ਕਰ ਜਦੋਂ ਇੱਕ ਪੂਰੇ ਇੱਕ ਸੈਕਸ਼ਨ ਨੂੰ ਜਾਂ ਇੱਕ ਤੁਸੀਂ ਮਾਈਨੋਰਿਟੀ ਕਹਿ ਲਓ ਜਾਂ ਗਰੁੱਪ ਆਫ ਪੀਪਲ ਕਹਿ ਲਓ, ਜਦੋਂ ਵੀ ਇੱਕ ਸੈਕਸ਼ਨ ਨੂੰ ਟਾਰਗੇਟ ਕਰਕੇ ਕੁਝ ਹਿੰਸਾ ਕੀਤੀ ਜਾਂਦੀ ਹੈ, ਵਾਇਲੈਂਸ ਕੀਤੀ ਜਾਂਦੀ ਹੈ, ਤਾਂ ਉਹਦੇ 'ਚ ਰੇਪ ਇਜ਼ ਅ ਮੇਜਰ ਟੂਲ ਜਿਹੜਾ ਵੂਮਨਸ ਦੇ ਅਗੇਂਸਟ, ਵੂਮਨ ਦੇ ਅਗੇਂਸਟ ਐਜ਼ ਅ ਵਾਇਲੈਂਸ ਟੂਲ ਵਰਤਿਆ ਜਾਂਦਾ ਹੈਗਾ। ਉਹ ਭਾਵੇਂ ਅਸੀਂ 47 'ਚ ਦੇਖਿਆ, ਭਾਵੇਂ ਅਸੀਂ 2002 ਦੇ ਵਿੱਚ ਦੇਖਿਆ, ਤੇ ਭਾਵੇਂ ਅਸੀਂ ਪਿਛਲੇ ਖਾਸ ਕਰ ਪਿਛਲੇ ਅਗਰ ਅਸੀਂ ਦੇਖੀਏ 5-6 ਸਾਲਾਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇੱਕ ਮਾਈਨੋਰਿਟੀ ਨੂੰ ਪਿੱਛੇ ਧੱਕਣ ਦੇ ਵਿੱਚ ਲਗਾਤਾਰ ਐਵੇਂ ਦੇ ਇੰਸੀਡੈਂਟ ਸਾਡੇ ਸਾਹਮਣੇ ਆ ਰਹੇ ਨੇ। ਬੇਸਿਕਲੀ ਇਹ ਹੁੰਦਾ ਕਿ ਲੋਕ ਆਲਰੇਡੀ ਆਪਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ। ਜਿਹੜੀ ਮੌਜੂਦਾ, ਜਿਹੜੀ ਗੱਲ ਕਵਾਂਗੇ ਮੌਜੂਦਾ ਪੋਲੀਟੀਕਲੀ ਪਾਵਰ 'ਚ ਜਿਹੜੀ ਵੀ ਸੱਤਾ ਹੈਗੀ ਹੈ, ਉਹ ਲੋਕਾਂ ਦੇ ਅੰਦਰ ਸ਼ਾਇਦ ਇੱਕ ਇਹੋ ਜਿਹਾ ਆਈਡੀਆ ਜਿਹੜਾ ਉਹ ਫਲੋਟ ਕਰਦੀ ਹੈਗੀ ਹੈ ਕਿ ਸ਼ਾਇਦ ਤੁਹਾਡੀਆਂ ਸਮੱਸਿਆਵਾਂ ਦਾ ਜਿਹੜਾ ਕਾਰਨ ਹੈਗੇ ਉਹ ਆਹ ਲੋਕ ਨੇ।
these group of people, ਇਸ ਫਾਰਮ ਆਫ ਪਨਿਸ਼ਮੈਂਟ, this is the form of punishment। ਜਾਂ ਉਹਨਾਂ ਦਾ ਘਰ ਬੁਲਡੋਜ਼ਰ ਨਾਲ ਢਾ ਦਿਓ ਜਾਂ ਉਹਨਾਂ ਦੀ ਔਰਤ ਨੂੰ ਜਾ ਕੇ ਰੇਪ ਕਰ ਦਿਓ। ਹਾਂਜੀ, ਬੇਸਿਕਲੀ ਉਹਨਾਂ ਨੂੰ ਲੱਗਦਾ ਸ਼ਾਇਦ ਉਹਨਾਂ ਦੇ ਖਾਤਮੇ ਦੇ ਨਾਲ ਇਹ ਸਾਡੀਆਂ ਸਮੱਸਿਆਵਾਂ ਜਿਹੜੀਆਂ ਖਤਮ ਹੋ ਜਾਣਗੀਆਂ। ਪਹਿਲਾਂ ਸਾਨੂੰ ਇਹ ਲੱਗਦਾ ਸੀ ਭਾਰਤ ਪਾਕਿਸਤਾਨ ਦੀ ਵੰਡ ਹੋ ਜੂਗੀ, ਸਾਡੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਫਿਰ ਸਾਨੂੰ ਇਹ ਲੱਗਦਾ ਸੀ ਮਾਈਨੋਰਟੀਜ਼ ਅਗਰ ਦੇਸ਼ ਤੋਂ ਚਲੇ ਜਾਣਗੇ ਸਾਡੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਫਿਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਜੇ ਅਸੀਂ ਦਲਿਤਸ ਨੂੰ ਹੋਰ ਸਪਰੈਸ ਕਰ ਦਾਂਗੇ ਤਾਂ ਸਾਡੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਐਕਚੁਅਲੀ ਅਸੀਂ ਅਸਲ ਕਾਰਨ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ, ਅਸੀਂ ਕਿਸੇ ਨਾ ਕਿਸੇ ਨੂੰ ਆਪਦੀਆਂ ਸਮੱਸਿਆਵਾਂ ਦੇ ਲਈ ਜਿਹੜਾ ਹੈਗਾ ਉਹ ਜ਼ਿੰਮੇਦਾਰ ਠਹਿਰਾ ਕੇ ਐਕਟ ਕਰ ਰਹੇ। Why is ਬਿਲਕਿਸ ਬਾਨੋ ਕੇਸ ਡਿਫਰੈਂਟ? ਕਿਉਂਕਿ ਇਹ ਤਾਂ ਇੱਕ ਲੰਬੇ ਸਮੇਂ ਤੋਂ ਇੱਕ ਲੰਬੀ ਕਥਾ ਚੱਲ ਰਹੀ ਹੈ। ਗੁਜਰਾਤ ਦੇ ਦੰਗਿਆਂ ਦੀ ਕਥਾ ਤੇ ਇੰਨੀ ਉੱਚੀ ਹੋ ਗਈ ਕਿ ਸਾਨੂੰ ਹੁਣ ਸੁਣਾਈ ਦੇਣੀ ਬੰਦ ਹੋ ਗਈ ਹੈ। ਹੁਣ ਅਸੀਂ ਗੁਜਰਾਤ ਬਾਰੇ ਗੱਲ ਨਹੀਂ ਕਰਦੇ, ਅਸੀਂ 47 ਬਾਰੇ ਗੱਲ ਕਰਨੀ ਛੱਡੀ ਹੋਈ ਹੈ। ਬਹੁਤ ਸਾਰੇ ਲੋਕਾਂ ਦੇ, ਸਾਡੇ ਦੇਸ਼ ਕੋਈ ਰਵਾਂਡਾ ਦੇ ਰੇਪਸ ਬਾਰੇ ਕੋਈ ਗੱਲ ਨਹੀਂ ਹੁੰਦੀ, ਅਸੀਂ ਕਰਾਂਗੇ ਉਹਦੀ ਗੱਲ। ਦੁਨੀਆ ਦੇ ਵਿੱਚ ਰੇਪਸ ਹੈ ਪੇਡ। ਸੱਚੀ ਗੱਲ ਇਹ ਹੈ ਕਿ ਬਲਾਤਕਾਰਾਂ ਦੇ ਪੋਲੀਟੀਕਲ ਫਾਇਦੇ ਬੜੇ ਵੱਡੇ ਲੈਵਲ ਤੇ ਹੋਏ ਨੇ, ਦੁਨੀਆ ਨੇ ਦੇਖੇ ਨੇ, ਇਸੇ ਕਰਕੇ ਇਹ ਕਾਮਯਾਬ ਵੀ ਟੂਲ ਹੈਗਾ ਲਗਾਤਾਰ। ਸੋ ਬਿਲਕਿਸ ਬਾਨੋ ਦਾ ਕੇਸ ਕਿਉਂ ਡਿਫਰੈਂਟ ਹੈ? ਮੈਨੂੰ ਇਹ ਜਾਪਦਾ ਜੇ ਇਹੋ ਜਿਹੇ ਕੇਸ ਦੇ ਵਿੱਚ ਜਿਹੜਾ ਇੰਨਾ ਸਿੱਧਾ ਹੋਵੇ, ਉਹਦੇ ਵਿੱਚ ਜਦੋਂ 11 ਦੋਸ਼ੀ ਛੱਡੇ ਜਾਂਦੇ ਨੇ, that also means ਕਿ ਸੋਸਾਇਟੀ ਇੱਕ ਲੈਵਲ ਦੇ ਉੱਤੇ ਅਸੀਂ ਕੋਲੈਕਟਿਵਲੀ ਮੋਰਲੀ ਨੰਬ ਹੋ ਗਏ। ਕਿਸੇ ਨੂੰ ਡਰ ਨਹੀਂ ਲੱਗਿਆ ਕਿ ਇਹਦੇ ਨਾਲ ਰੌਲਾ ਇੰਨਾ ਪੈ ਜਾਏਗਾ ਕਿ ਸਗੋਂ ਘਾਟਾ ਪਏਗਾ। ਨਿਜ਼ਾਮ ਨੂੰ ਇਹ ਨਹੀਂ ਲੱਗਿਆ ਕਿ ਘਾਟਾ ਪਏਗਾ। they are still defending। ਹਾਂਜੀ, ਬਿਲਕੁਲ। ਇਹ ਬਿਲਕਿਸ ਬਾਨੋ ਚ ਦੇਖੋ, ਮੈਨੂੰ ਇੱਕ ਚੀਜ਼ ਇਹ ਲੱਗਦੀ ਹੈ ਕਿ ਪਹਿਲਾਂ ਸਾਨੂੰ ਇਹ ਲੱਗਦਾ ਹੁੰਦਾ ਸੀ ਕਿ ਵਿਮਨਸ ਜਿਹੜੀਆਂ ਹੈਗੀਆਂ ਉਹ ਅੱਗੇ ਆ ਕੇ ਆਪਦੇ ਆਪਰੇਸ਼ਨ ਨੂੰ ਡਿਸਕ੍ਰਾਈਬ ਨਹੀਂ ਕਰ ਰਹੀਆਂ, ਉਹ ਆਪਦੇ ਆਪਰੇਸ਼ਨ ਦੇ ਖਿਲਾਫ ਆਵਾਜ਼ ਨਹੀਂ ਚੱਕ ਰਹੀਆਂ। ਪਰ ਫਿਰ ਵੀ ਬਿਲਕਿਸ ਬਾਨੋ ਵਰਗੇ ਕੇਸ ਸਾਨੂੰ ਇਹ ਕਰਨੇ ਕਿ ਅਗਰ ਤੁਸੀਂ ਆਵਾਜ਼ ਚੱਕਦੇ ਹੋ, ਆਪਦੇ ਹੱਕਾਂ ਦੇ ਲਈ ਲੜਦੇ ਹੋ ਜਾਂ ਆਪਦੇ ਆਪਰੇਸ਼ਨ ਦੇ ਖਿਲਾਫ ਲੜਦੇ ਹੋ, ਯੂ ਵਿਲ ਗੈਟ ਅ ਜਸਟਿਸ। ਠੀਕ ਹੈ। ਪਰ ਜਿਹੜੀ ਆ ਪਿਛਲੇ ਟਾਈਮ ਦੇ ਵਿੱਚ ਆਹ ਰਿਹਾਈ ਹੋਈ ਹੈ 11 ਦੋਸ਼ੀਆਂ ਨੂੰ ਜਿਹੜਾ ਮੁਕਤ ਕੀਤਾ, ਮੈਨੂੰ ਇਹ ਲੱਗਦਾ ਹੈ ਕਿ ਇਹ ਨਾ ਪੂਰੇ ਸਮਾਜ ਦੇ ਵਿੱਚ ਜੇ ਅਸੀਂ ਦੇਖੀਏ ਕਿ ਜਿਹੜਾ ਉਹ ਜਸਟਿਸ ਦੀ ਛੋਟੀ ਜਿਹੀ ਲੋ ਹੈਗੀ ਸੀਗੀ ਕਿ ਸਾਨੂੰ ਕਿਤੇ ਨਾ ਕਿਤੇ ਕਦੇ ਨਾ ਕਦੇ ਜਸਟਿਸ ਮਿਲੂਗਾ, ਉਹ ਬੁਝਦੀ ਹੋਈ ਨਜ਼ਰ ਆਉਂਦੀ ਹੈ ਕਿ ਕੱਲ ਨੂੰ ਉਹ ਦੋਸ਼ੀ ਜਿਹੜੇ ਹੈਗੇ ਆ ਉਹ ਬਾਹਰ ਆ ਕੇ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਣਗੇ। ਜਿੰਨੀ ਦੇਰ ਤੱਕ ਲੜੋਗੇ ਤਾਂ ਇਨਸਾਫ ਲੈ ਵੀ ਲੋਗੇ, ਉਸ ਤੋਂ ਬਾਅਦ ਵੀ ਕੋਈ ਹਰੀਸ਼ ਯੂ ਆਰ ਅ ਲਾਇਰ। देयर ਇੱਕ ਟਰਮਸ ਦਾ ਕੋਈ ਮਤਲਬ ਹੁੰਦਾ। ਕ੍ਰਾਈਮ ਕਿਸ ਨੂੰ ਕਹਿੰਦੇ ਨੇ ਸਾਬਤ ਕੀਤਾ ਜਾਂਦਾ ਹੈ, ਇਨਸਾਫ ਕਿਸ ਨੂੰ ਕਹਿੰਦੇ ਨੇ ਸਾਬਤ ਕੀਤਾ ਜਾਂਦਾ ਹੈ, ਇਨੋਸੈਂਸ ਕੀ ਹੁੰਦੀ ਹੈ, ਨਿਰਦੋਸ਼ ਹੋਣਾ ਕੀ ਹੁੰਦਾ ਹੈ, ਕਸੂਰ ਕੀ ਹੁੰਦਾ ਹੈ। ਹੁਣ ਮੇਰੀ ਮੁਸ਼ਕਿਲ ਇਹ ਹੈ ਕਿ ਮੈਂ ਨਾ ਤੇ ਵਕੀਲਾਂ ਤੋਂ ਸਮਝ ਸਕਦਾ ਕਿ ਟਰਮਸ ਦਾ ਕੀ ਮੈਨੇ ਹੈ, ਨਾ ਡਿਕਸ਼ਨਰੀ ਮੇਰੀ ਮਦਦ ਕਰਦੀ ਹੈ, ਕਿਉਂਕਿ ਉਹ ਇਹ ਕਹਿੰਦੇ ਨੇ ਰੇਪ ਕਿਸ ਦਾ ਹੋਇਆ, ਉਹਦਾ ਕੀ ਧਰਮ ਹੈ। ਫਿਰ ਤੁਹਾਨੂੰ ਦੱਸਦੇ ਹਾਂ ਕਿ ਕਸੂਰ ਗਿਣਿਆ ਜਾਵੇਗਾ ਕਿ ਨਹੀਂ ਗਿਣਿਆ ਜਾਵੇਗਾ, ਕੌਣ ਇਨੋਸੈਂਟ ਹੈ ਕੌਣ ਨਹੀਂ। ਇਹ ਆਇਡੈਂਟੀਟੀ ਦੇ ਨਾਲ ਜੁੜੇ ਸਵਾਲ ਨੇ। ਸੋ ਇੱਕ ਲਾਰਜਰ ਦੇਸ਼ ਦੇ ਵਿੱਚ ਰਾਜਨੀਤਿਕ ਪ੍ਰੋਜੈਕਟ ਚੱਲ ਰਿਹਾ ਹੈ। ਉਸ ਪ੍ਰੋਜੈਕਟ ਦੇ ਵਿੱਚ ਤੁਸੀਂ ਕਿਹੜੇ ਪਾਸੇ ਖੜੇ ਹੋ, ਤੁਹਾਡੇ ਰੱਬ ਦਾ ਨਾਮ ਕੀ ਹੈ, ਤੁਸੀਂ ਪੱਛਮ ਵੱਲ ਮੂੰਹ ਕਰਕੇ ਆਪਣੀ ਨਮਾਜ਼ ਅਦਾ ਕਰਦੇ ਹੋ ਕਿ ਪੂਰਬ ਵੱਲ ਮੂੰਹ ਕਰਕੇ ਕੋਈ ਟੱਲੀਆਂ ਖੜਕਾਉਂਦੇ ਹੋ। ਉਹਦੇ ਬੇਸਿਸ ਤੇ ਮੈਂ ਦੱਸਾਂਗਾ ਕਿ ਇਨਸਾਫ ਦੇ ਮਾਇਨੇ ਕੀ ਹੁੰਦੇ ਨੇ, ਕਸੂਰ ਦੇ ਮਾਇਨੇ ਕੀ ਹੁੰਦੇ ਨੇ। ਤੁਹਾਡੇ ਅਦਲੀਆ ਦਾ, ਅਦਾਲਤੀ ਨਿਜ਼ਾਮ ਦਾ ਕੋਈ ਮਾਇਨਾ ਬਿਲਕਿਸ ਬਾਨੋ ਤੋਂ ਬਾਅਦ ਰਹਿ ਜਾਂਦਾ? ਸਰ ਇਦਾਂ ਹੈਗਾ ਕਿ ਪਿਛਲੇ ਮੈਂ 3 ਕੇਸ ਤੁਹਾਨੂੰ ਮੈਂ ਕੋਟ ਕਰਦਾ ਹਾਂ, ਇਸ ਸੈਗਮੈਂਟ ਸਮਾਂ ਬਹੁਤ ਘੱਟ ਹੈ ਪਰ ਜਿਹਦੇ ਵਿੱਚ 3 ਕੇਸ ਬੜੇ ਇੰਪੋਰਟੈਂਟ ਨੇ। ਇੱਕ ਤਾਂ ਬਿਲਕਿਸ ਬਾਨੋ ਦਾ ਇਹ ਹੋ ਗਿਆ। ਇਸ ਤੋਂ ਪਹਿਲਾਂ ਇੱਕ ਤਮਿਲਨਾਡੂ ਦੇ ਵਿੱਚ 13 ਕਨਵਿਕਟ ਇਦਾਂ ਹੀ ਛੱਡੇ ਗਏ ਸੀਗੇ ਜਿਨ੍ਹਾਂ ਨੇ 11 ਦਲਿਤਾਂ ਦਾ ਮਰਡਰ ਕੀਤਾ ਸੀਗਾ। ਇਸ ਤੋਂ ਪਹਿਲਾਂ ਜਿਹੜਾ ਰਮੀਸ਼ਨ ਦਾ ਕੇਸ ਜਿਹੜਾ ਇੰਪੋਰਟੈਂਟ ਹੈਗਾ ਉਹ ਹੈਗਾ ਜਦੋਂ ਰਾਹੁਲ ਗਾਂਧੀ ਦੇ ਫਾਦਰ ਦੀ ਅਸੈਸੀਨੇਸ਼ਨ ਵਾਲਾ ਕੇਸ ਨੂੰ ਛੱਡਿਆ ਗਿਆ। ਇਹਨਾਂ 3 ਕੇਸਾਂ ਦੇ ਵਿੱਚ 2 ਬੜੇ ਕਾਮਨ ਕੇਸਿਸ ਨੇ, ਦੋਨੇ ਹੀ ਸੈਲੀਬ੍ਰੇਟਰੀ ਤੌਰ ਤੇ ਪੋਲੀਟੀਕਲ ਮੋਟੀਵੇਸ਼ਨ ਨਾਲ ਹੀ ਖੋਲੇ ਗਏ ਸੀਗੇ ਰਮੀਸ਼ਨ ਦੇ ਕੇਸਿਸ। ਨਹੀਂ ਤਾਂ ਅਦਰਵਾਈਜ਼ ਜਿਹੜੀ ਇਸ ਵੇਲੇ ਲਾਈਫ ਇੰਪ੍ਰਿਜ਼ਨਮੈਂਟ ਕੱਟਦੇ ਜਿਹੜੀ ਸਾਡੇ 3,70,000 ਦੇ ਵਿੱਚ ਜੇ ਰੇਸ਼ੋ ਹੈਗੀ ਹੈ ਨਾ, 60% ਜਿਹੜੀ ਕਨਵਿਕਟਸ ਹੈਗੇ ਆ ਉਹ ਲਾਈਫ ਇੰਪ੍ਰਿਜ਼ਨਮੈਂਟ ਦੇ ਹੈਗੇ ਆ ਸਰ। ਉਹਨਾਂ ਦੀ ਕਦੇ ਬਾਰੀ ਨਹੀਂ ਆਉਂਦੀ ਹੈ, ਪਰ ਇਹ ਚੂਜ਼ ਕੀਤੇ ਜਾਂਦੇ ਆ। ਇਹਦੇ ਵਿੱਚ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, ਉਹਨਾਂ ਦਾ ਤਾਂ ਇੱਕ ਐਟੀਟਿਊਡ ਇਹ ਹੈ ਕਿ ਰਿਫਾਰਮੇਟਰੀ ਹੋਣਾ ਚਾਹੀਦਾ ਹੈ। ਦੁਬਾਰਾ ਆਊਗਾ ਕੁਇਕਲੀ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ, ਇਹਨਾਂ ਨੂੰ 14 ਸਾਲਾਂ ਬਾਅਦ ਅਸੀਂ ਨਾਰਮਲੀ ਇੱਕ ਨੋਰਮ ਹੈਗਾ ਕੰਟਰੀ ਦੇ ਵਿੱਚ ਕਿ ਜੇ ਤੁਹਾਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਵੇ, ਉਮਰ ਕੈਦ ਮਿਲੀ ਹੋਵੇ ਤਾਂ 14 ਸਾਲਾਂ ਬਾਅਦ ਕੰਸੀਡਰ ਕੀਤਾ ਜਾਂਦਾ। ਜੇ ਤੁਹਾਡਾ ਬਿਹੇਵੀਅਰ ਵਗੈਰਾ ਠੀਕ ਰਿਹਾ, ਕੋਈ ਹੋਰ ਸ਼ਿਕਾਇਤ ਨਹੀਂ ਹੈ, ਤੁਹਾਨੂੰ ਛੱਡ ਦੇਣਾ ਚਾਹੀਦਾ ਹੈ। ਗਲਤ ਸੀ ਇਹਨਾਂ ਨੂੰ ਛੱਡਣਾ, ਕਿਉਂ ਨਹੀਂ ਛੱਡ ਦੇਣਾ ਚਾਹੀਦਾ? ਸਰ ਇਹ ਦੂਜਾ ਐਸਪੈਕਟ ਹੈ। ਜੇ ਇੱਕ ਪੂਰੇ ਕੰਟਰੀ ਦੇ ਵਿੱਚ ਇੱਕ ਨਾਮ ਹੈ ਸਾਰਿਆਂ ਲਈ ਕਿ ਤੁਸੀਂ ਇਹ ਚਾਹੁੰਦੇ ਸੀ ਕਿ ਇਹਨਾਂ 11 ਲਈ ਅਲੱਗ ਤੋਂ ਕਾਨੂੰਨ ਹੁੰਦਾ, ਇਹਨਾਂ ਨੂੰ ਨਾ ਛੱਡਿਆ ਜਾਂਦਾ, ਬਾਕੀਆਂ ਨੂੰ ਛੱਡ ਦਿੱਤਾ ਜਾਵੇ। ਇੱਕ ਸਰ ਇੱਕ ਤਾਂ ਰਿਫਾਰਮੇਟਰੀ ਐਸਪੈਕਟ ਕਹਿੰਦੇ ਜਿਹਨੂੰ I'm taking a break, I want to talk about it ਕਿ ਜੇ ਮੈਂ let me be the devil's advocate, ਵੈਸੇ ਮੈਂ ਤਾਂ ਇਹ ਚਾਹਾਂਗਾ ਕਿ ਮੇਰੀ ਉਮੀਦ ਤਾਂ ਇਹ ਹੋਣੀ ਚਾਹੀਦੀ ਹੈ ਕਿ ਜੇ ਕਿਸੇ ਨੂੰ ਜੇਲ੍ਹ ਹੋਈ ਹੈ ਯਾਰ, ਇੱਕ ਦਿਨ ਕਿਸੇ ਨੂੰ ਕਮਰੇ 'ਚ ਬੰਦ ਕਰ ਦੇਣਾ, ਕਾਲ ਕੋਠੜੀ 'ਚ ਪਾ ਦੇਣਾ, 1 ਸਾਲ ਰਹਿ ਦੇਣਾ, 5 ਸਾਲ ਉਹ ਬੰਦਾ ਕਾਲ ਕੋਠੜੀ 'ਚ ਰਹੇ, ਬੰਦਾ ਆਪਣੇ ਅੰਦਰੂਨ ਨਾਲ ਗੱਲ ਨਹੀਂ ਕਰਦਾ ਹੋਵੇਗਾ, ਉਹਨੂੰ ਕਿੰਨੀ ਤਰ੍ਹਾਂ ਛੱਡ ਦੇਣਾ ਚਾਹੀਦਾ। ਇਹ 14 ਸਾਲਾਂ ਦੀ ਫਿਗਰ ਕਿਸ ਨੇ ਲਿਆਂਦੀ ਕਿ 14 ਸਾਲਾਂ ਬਾਅਦ ਉਹ ਇੰਪਰੂਵ ਹੋ ਜਾਏਗਾ, 15 ਬਾਅਦ ਕਿਉਂ ਨਹੀਂ? ਕੋਈ ਸ਼ਾਇਦ 10 ਸਾਲ ਬਾਅਦ ਵੀ ਹੋ ਜਾਂਦਾ ਹੋਵੇ, ਕੋਈ ਸ਼ਾਇਦ 20 ਸਾਲ ਬਾਅਦ ਵੀ ਨਾ ਹੋਵੇ। ਆਫਟਰ ਆਲ ਕੀ ਸੋਚ ਕੇ ਅਸੀਂ ਫੈਸਲਾ ਕਰਦੇ ਹਾਂ
ਇਹ ਅਸੀਂ ਕਿ ਦੇਸ਼ ਦੇ ਵਿੱਚ ਕਾਨੂੰਨ ਬਣਾਇਆ ਕਿ ਇਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਕਿ ਇਹਨਾਂ ਨੂੰ ਨਹੀਂ ਛੱਡਿਆ। ਬਿਲਕਿਸ ਬਾਨੋ ਕੇਸ ਬਾਰੇ ਇਹ ਕੇਵਲ ਬਲਾਤਕਾਰ ਦਾ ਤੇ ਕਤਲਾਂ ਦਾ ਕੇਸ ਨਹੀਂ ਹੈ, ਕੇਵਲ ਨਿਜ਼ਾਮ ਦਾ, ਸਾਡੇ ਅਦਾਲਤੀ ਫੈਸਲਾ ਸਾਜ਼ੀ ਦਾ ਸਿਰਫ ਇਹਦੇ ਬਾਰੇ ਕੇਸ ਨਹੀਂ ਹੈ। ਇਹ ਸਾਡੇ ਆਪਣੇ ਨਾਲ ਜੁੜਿਆ, ਸਾਡੇ ਭਵਿੱਖ ਨਾਲ ਤਾਂ ਜੁੜਿਆ ਹੀ ਹੈ, ਸਾਡੇ ਹੁਣ ਨਾਲ ਜੁੜਿਆ। ਸਾਡੇ ਤੁਹਾਡੇ ਬੱਚੇ ਬੱਚੀਆਂ ਨੇ ਬਾਜ਼ਾਰ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਆਪਣੇ ਘਰ ਵਿੱਚ ਆਪਣੇ ਬੱਚੇ ਬੱਚੀਆਂ ਨਾਲ ਕਿਸ ਕਿਸਮ ਦੇ ਮਨੁੱਖ ਹੋ ਕੇ ਵਿਚਰਨਾ ਹੈ, ਇਹ ਸਭ ਵੀ ਡਿਸਾਈਡ ਹੋ ਰਿਹਾ ਹੈ। ਇਹ ਸਾਨੂੰ ਹੀ ਜਾਪਦਾ ਕਿ ਬਿਲਕਿਸ ਬਾਨੋ ਦਾ ਕੇਸ ਡਿਸਾਈਡ ਹੋ ਰਿਹਾ ਹੈ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਸਰਬਜੀਤ ਕੌਰ ਜੀ, ਅਰਪਨ ਮਨਜੀਤ ਜੀ ਅਤੇ ਲਾਇਰ ਹਰੀਸ਼ ਮਹਿਲਾ ਜੀ। ਹਰੀਸ਼, ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਸੀ ਕਿ ਅਸੀਂ ਵਿਅਕਤੀ ਨੂੰ ਜੇਲ੍ਹ ਵਿੱਚ ਕਿਉਂ ਪਾਉਂਦੇ ਹਾਂ ਜੀ? ਇਸ ਲਈ ਕਿ ਇਸਨੇ ਬਹੁਤ ਮਾੜਾ ਕੰਮ ਕੀਤਾ, ਉਹ ਸਾਬਤ ਹੋ ਗਿਆ, ਇਸ ਨੂੰ ਹੁਣ ਸਜ਼ਾ ਦਿੱਤੀ ਜਾਵੇਗੀ ਤੇ ਉਹ ਛੁੱਟ ਕੇ ਆਏਗਾ ਤੇ ਇੱਕ ਇਹੋ ਜਿਹਾ ਵਿਅਕਤੀ ਹੋਏਗਾ ਜਿਹੜਾ ਸਮਾਜ ਵਿੱਚ ਰਹਿ ਸਕੇਗਾ। ਵਰਨਾ ਅਸੀਂ ਫੈਸਲਾ ਕਰ ਲੈਂਦੇ ਕਿ ਜਿਹੜਾ ਇਹ ਕਤਲ ਕਰੇਗਾ ਉਸ ਨੂੰ ਗੋਲੀ ਮਾਰ ਕੇ ਉਡਾ ਦੇਣਾ ਚਾਹੀਦਾ ਜਾਂ ਚੌਂਕ 'ਚ ਫਾਂਸੀ ਲਾ ਦੇਣਾ ਚਾਹੀਦਾ। ਸੋ ਦੇਰ ਇਜ਼ ਐਨ ਆਈਡੀਆ ਕਿ ਜੇਲ੍ਹ ਵਿੱਚ ਕਿਉਂ ਪਾਉਂਦੇ ਆ, ਤੇ ਜੇ ਉਹ ਸਮਾਜ ਦੇ ਵਿੱਚ ਉਹਦੇ ਸੁਧਰਨ ਦੀ ਕੋਈ ਆਸ ਹੈ ਸੈਕਿੰਡ ਚਾਂਸ ਦੀ, ਤੇ ਇਹ ਫਿਰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ ਕਿ 14 ਸਾਲਾਂ ਬਾਅਦ ਉਹ ਸੁਧਰ ਜਾਵੇਗਾ? ਕੋਈ ਹੋ ਸਕਦਾ ਨਾ ਸੁਧਰਦਾ ਹੋਵੇ, ਕੋਈ ਹੋ ਸਕਦਾ ਸਾਲ ਬਾਅਦ ਹੀ ਸੁਧਰ ਜਾਵੇ। ਜੇਲ੍ਹਾਂ ਕਿੰਨਾ ਸੁਧਾਰ ਰਹੀਆਂ ਨੇ, ਇਹਨਾਂ 11 ਦੀ ਅਸੈਸਮੈਂਟ ਕਿਵੇਂ ਹੋਈ ਹੋਵੇਗੀ? ਜੇ ਮੈਂ ਕਹਾਂ ਕਿ ਜੀ ਮੈਂ ਕਤਲ ਕੀਤਾ ਸੀ, ਮੈਨੂੰ ਸਜ਼ਾ ਹੋ ਗਈ ਸੀ 14 ਸਾਲ ਦੀ, ਮੈਨੂੰ ਜੀ ਹੁਣ 10 ਸਾਲ ਹੋ ਗਏ ਨੇ, ਮੈਨੂੰ ਜੀ ਲੱਗਦਾ ਹੁਣ ਮੈਂ ਬਹੁਤ ਬਿਹਤਰ ਮਨੁੱਖ ਹੋ ਗਿਆ, ਹੁਣ ਜੀ ਮੈਨੂੰ ਛੱਡ ਦਿਓ, ਕੌਣ ਨਾਪੇਗਾ? ਕੋਈ ਮੇਰੀ ਇੰਟਰਵਿਊ ਲਏਗਾ, ਕੋਈ ਟੈਸਟ ਹੈ, ਕੋਈ ਕੋਡੀਫਿਕੇਸ਼ਨ ਹੈ? ਹਾਊ ਡਸ ਇਟ ਹੈਪਨ? ਸਰ ਬੇਸਿਕਲੀ ਜਿਹੜੀ ਪਾਲਿਸੀ ਹੈਗੀ, ਇਟ ਯੂਜ਼ਸ ਦ ਟਰਮ ਕਾਲਡ ਗੁੱਡ ਬਿਹੇਵੀਅਰ। Good behavior is a word used in policies everywhere. Basically policies ਕੁਝ ਚੀਜ਼ਾਂ 'ਚ ਕਹਿੰਦੀ ਹੈ ਕਿ ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਨਾ ਛੱਡੋ। ਇਸ ਕੇਸ ਦੇ ਵਿੱਚ ਕੀ ਹੋਇਆ ਹੈ, ਬੜਾ ਇੰਪੋਰਟੈਂਟ ਇਸ 'ਚ ਫੈਕਟਰ ਇਹ ਹੈਗਾ ਕਿ ਇੱਕ ਸੈਂਟੈਂਸ ਰਿਵਿਊ ਬੋਰਡ ਯੂਜੂਅਲੀ ਬਣਾਇਆ ਜਾਂਦਾ ਹੈ ਜਿਹੜਾ ਇਹਨਾਂ ਦੀ ਛਾਣਬੀਨ ਕਰਦਾ। ਪਰ ਇਸ ਕੇਸ ਦੇ ਵਿੱਚ ਬੜੀ ਇੰਪੋਰਟੈਂਟ ਇਹ ਹੈਗਾ ਕਿ ਇੱਕ ਡੀਸੀ ਜਿਹੜਾ ਜੁਡੀਸ਼ੀਅਲ ਕਾਰਵਾਈ ਦਾ ਉਹਨੂੰ ਕੁਝ ਜ਼ਿਆਦਾ ਪਤਾ ਨਹੀਂ ਹੈ, ਉਹ ਡੀਸੀ ਹੀ ਉਹਨਾਂ ਨੇ ਨਾਮ ਬਣਾਇਆ। ਡਿਪਟੀ ਕਮਿਸ਼ਨਰ ਕਈ ਕਿਸਮ ਦੇ ਰੋਲ ਕਰਦਾ ਹੈ ਕਿ ਇੱਕ ਡੀਸੀ ਵੀ ਉਹਦਾ ਮੈਂਬਰ ਹੋਏਗਾ, ਇੱਕ ਨਹੀਂ, this committee was headed by DC, ਠੀਕ ਹੈ, ਜਿਹੜਾ ਉਸ ਏਰੀਆ ਦਾ ਜਿਹੜਾ ਡੀਸੀ ਸੀਗਾ ਉਹਨੇ ਇੱਕ ਰਿਪੋਰਟ ਬਣਾਈ ਆਫਟਰ ਸੁਪਰੀਮ ਕੋਰਟ ਆਰਡਰ ਕਿ ਬਈ 92 ਦੇ ਪਾਲਿਸੀ ਦੇ ਥੱਲੇ ਇਹਨੂੰ ਰਿਹਾਈ ਕੀਤਾ ਜਾਂਦਾ ਕਿ ਨਹੀਂ। ਹੁਣ ਉਸ ਡੀਸੀ ਦੀ ਰਿਪੋਰਟ ਦੀ ਜਿਹੜੀ ਡਿਟੇਲਸ ਹੈਗੀਆਂ ਉਹ ਹਜੇ ਤੱਕ ਪਬਲਿਕ ਡੋਮੇਨ 'ਚ ਨਹੀਂ ਆਈ ਹੈ। ਇਹ ਕੁਐਸਚਨੇਬਲ ਹੈ। No, that is this particular case. मैं मान लेना ਇਹਦੇ ਚ ਕ੍ਰਿਟਿਸਿਜ਼ਮ ਹੈ ਕਿ ਉਹਦੇ ਚ ਬੀਜੇਪੀ ਦੇ ਲੋਕ ਸੀ, ਬੀਜੇਪੀ ਦਾ ਇੱਕ ਆਫਿਸ ਬੇਰਰ ਸੀ, ਇੱਕ ਐਮਐਲਏ ਹੈ ਉਹਦੇ ਚ। It is somewhat even in this pattern. ਮੰਨ ਲਓ ਮੈਂ ਕਤਲ ਕੀਤਾ, ਐਸਪੀਸੀ ਨੇ ਕਤਲ ਕੀਤਾ, ਬਹੁਤ ਮਾੜੀ ਗੱਲ ਕੀਤੀ, 14 ਸਾਲ ਦੀ ਜੇਲ੍ਹ ਹੋ ਗਈ, ਉਮਰ ਕੈਦ ਵੀ ਉਹਨਾਂ ਨੇ ਜੇਲ੍ਹ ਭੇਜ ਦਿੱਤਾ। 10 ਸਾਲਾਂ ਬਾਅਦ ਮੇਰਾ ਰਿਵਿਊ ਕੀ ਦੇਖੇਗਾ, ਮੇਰੀ ਇੰਟਰਵਿਊ ਲਏਗਾ, ਕਿਸ ਤਰ੍ਹਾਂ ਕਰਦੇ ਨੇ? ਸਰ ਰਿਵਿਊ ਬੋਰਡ ਬੇਸਿਕਲੀ ਗੁੱਡ ਬਿਹੇਵੀਅਰ, ਹੁਣ ਸੀ ਇੱਕ ਚੀਜ਼ ਸਮਝਣੀ ਪੈਣੀ ਹੈ ਸਰ ਆਪਾਂ ਨੂੰ ਕਿ ਜਦੋਂ ਕੋਡੀਫਿਕੇਸ਼ਨ ਹੈ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਨੂੰ ਮੋਸਟ ਲਾਈਕਲੀ ਛੱਡ ਦੇਣਗੇ, ਇਹਨੂੰ ਨਹੀਂ ਛੱਡਣਗੇ। ਸਰ ਗੁੱਡ ਬਿਹੇਵੀਅਰ ਦਾ ਕੋਈ ਕੋਡੀਫਿਕੇਸ਼ਨ ਐਸ ਸੱਚ ਨਹੀਂ ਹੈ, ਡੈਫੀਨੇਸ਼ਨ ਨਹੀਂ ਹੈ। ਲਿਸਨ ਟੂ ਦਿਸ ਅਰਪਨ, ਇਹ ਕਿਸ ਤਰ੍ਹਾਂ ਨਾਲ ਚੱਲ ਰਿਹਾ? ਆਈ ਹੈਵ ਦਿਸ ਕੇਸ। ਇਹਨਾਂ ਕੇਸਿਸ ਨੂੰ ਮੈਂ, ਕਿਉਂਕਿ ਮੈਂ ਇੰਡੀਅਨ ਐਕਸਪ੍ਰੈਸ ਨੌਕਰੀ ਕਰਦਾ ਸੀਗਾ 2000-2001 ਦੇ ਵਿੱਚ, ਤੇ ਇਹਨਾਂ ਕੇਸਿਸ ਨੂੰ ਮੈਂ ਬਹੁਤ ਰਿਪੋਰਟ ਕੀਤਾ। ਇੰਡੀਅਨ ਐਕਸਪ੍ਰੈਸ ਨੇ ਇੱਕ ਲੰਬੀ ਸੀਰੀਜ਼ ਚਲਾਈ, ਗੈਟਿੰਗ ਅਵੇ ਵਿਦ ਮਰਡਰ। ਚੌਟਾਲਾ ਸਾਹਿਬ ਚੀਫ ਮਿਨਿਸਟਰ ਰਹੇ ਸਨ ਹਰਿਆਣਾ ਦੇ, ਉਹ ਚੀਫ ਮਿਨਿਸਟਰ ਹੋਣ ਦੇ ਨਾਲ ਨਾਲ ਜੇਲ੍ਹਾਂ ਦੇ ਮੰਤਰੀ ਵੀ ਸਨ। ਸੋ ਉਹਨਾਂ ਦਾ ਧਿਆਨ ਗਿਆ ਕਿ ਜੇਲ੍ਹਾਂ ਬਹੁਤ ਓਵਰ ਕਰਾਊਡਡ ਨੇ, ਇਹਦੇ ਚੋਂ ਕੁਝ ਨਫਰੀ ਘਟਾਣੀ ਚਾਹੀਦੀ ਹੈ, ਜ਼ਿਆਦਾ ਜੇਲ੍ਹਾਂ ਹੋਣੀਆਂ। ਉਸ ਵੇਲੇ 18 ਜੇਲ੍ਹਾਂ ਸੀ, ਡਿਸਟ੍ਰਿਕਟ ਜੇਲ੍ਹ ਸੀ, ਉਹ ਜੇਲ੍ਹਾਂ ਥੋੜੀਆਂ ਜੀਆਂ ਭਾਰ ਹਲਕਾ ਕਰਨਾ ਚਾਹ ਰਹੇ ਸਨ। ਬੰਦਾ ਚਿੱਠੀ ਲਿਖਦਾ ਹੈ ਕਿ ਜੀ ਮੈਂ ਇਹ ਜਸਬੀਰ ਸਿੰਘ 22 ਸਾਲਾਂ ਦਾ ਮੁੰਡਾ ਹੈ, ਇਹਦਾ ਕਤਲ ਕੀਤਾ ਸੀ ਸਤ ਪ੍ਰਕਾਸ਼ ਤੇ ਸਤਵੀਰ ਸਿੰਘ ਨੇ ਅਕਤੂਬਰ 1986 ਦੇ ਵਿੱਚ, ਸਾਨੂੰ ਜੇਲ੍ਹ ਕਰ ਦਿੱਤੀ ਸੀਗੀ ਤੇ ਅਜੇ 12 ਸਾਲ ਸਾਡੇ ਟਰਮ ਦੇ ਪਏ ਨੇ। ਤੇ 2 ਮਹੀਨੇ ਚੌਟਾਲਾ ਸਾਹਿਬ ਨੂੰ ਹੋਏ ਸੀ ਜੁਲਾਈ 1999 ਦੇ ਵਿੱਚ, ਤੇ ਉਹਨਾਂ ਨੇ ਲਿਖਿਆ ਕਿ ਛੱਡ ਦਿਓ ਬੱਚੇ, ਇਹਨਾਂ ਦੇ ਪਰਿਵਾਰ ਦੇ ਵਿੱਚ ਪਿੱਛੇ ਬਜ਼ੁਰਗ ਮਾਂ-ਬਾਪ ਨੇ, ਕੋਈ ਧਿਆਨ ਰੱਖਣ ਵਾਲਾ ਨਹੀਂ ਹੈ, ਤੇ ਬੱਚੇ ਛੱਡ ਦਿੱਤੇ। ਇੱਕ ਖਤਰਨਾਕ ਕੇਸ ਸੀਗਾ, ਬਹੁਤ ਮਸ਼ਹੂਰ ਹੋਇਆ ਉਸ ਵੇਲੇ ਹਾਂਸੀ ਦੇ ਵਿੱਚ, ਹਰਿਆਣੇ ਦੇ ਵਿੱਚ। ਬੜੇ ਪ੍ਰੋਮੀਨੈਂਟ ਬਿਜ਼ਨਸਮੈਨ ਸੀਗੇ, ਕ੍ਰਿਸ਼ਨ ਕੁਮਾਰ ਖੰਡੇਵਾਲਾ। ਸੈਂਸੇਸ਼ਨਲ ਪੋਲੀਟੀਕਲ ਮਰਡਰ ਸੀ ਉਸ ਵੇਲੇ, ਅਖਬਾਰਾਂ ਦੀਆਂ ਸੁਰਖੀਆਂ ਸੀ। 20 ਸਾਲ ਦੀ ਜੇਲ੍ਹ ਟਰਮ ਦਿੱਤੀ ਜੱਜ ਨੇ ਕਹਿ ਕੇ ਸ੍ਰੀ ਅੰਸ਼ ਕੁਮਾਰ ਨੂੰ। ਸੁਪਰੀਮ ਕੋਰਟ 'ਚ ਜਾ ਕੇ ਕਨਵਿਕਸ਼ਨ ਹੋਈ, ਅਜੇ ਉਹਨੇ ਸਰੈਂਡਰ ਵੀ ਨਹੀਂ ਸੀ ਕੀਤਾ, ਤੇ ਗਵਰਨਰ ਮਹਾਬੀਰ ਪ੍ਰਸਾਦ ਉਸ ਵੇਲੇ ਸਨ, ਉਹਨਾਂ ਨੇ ਬੰਸੀ ਲਾਲ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਸਜ਼ਾ ਮਾਫ ਕਰ ਦਿੱਤੀ, ਰਿਮਿਸ਼ਨ ਹੋ ਗਈ। ਜਿਨ੍ਹਾਂ ਦਾ ਬੰਦਾ ਕਤਲ ਹੋਇਆ ਸੀ ਉਹ ਭੱਜ ਕੇ ਵਿਚਾਰੇ ਗਏ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਤਾਂ ਬਹੁਤ ਗਲਤ ਕੀਤਾ ਤੁਸੀਂ, ਫੜ ਕੇ ਬੰਦਾ ਦੁਬਾਰਾ ਜੇਲ੍ਹ 'ਚ ਪਾਓ। ਉਹਨਾਂ ਨੇ ਫੜ ਕੇ ਦੁਬਾਰਾ ਜੇਲ੍ਹ 'ਚ ਪਾਤਾ। ਜਿਨ੍ਹਾਂ ਦਾ ਬੰਦਾ ਜੇਲ੍ਹ 'ਚ ਪਾਤਾ, ਜਿਹਨੇ ਕਤਲ ਕੀਤਾ ਸੀ, ਉਹ ਦੁਬਾਰਾ ਸਰਕਾਰ ਕੋਲ ਚਲੇ ਗਏ ਕਿ ਦੇਖੋ ਜੀ ਉੜੀ ਨਜਾਇਜ਼, ਤੁਸੀਂ ਛੱਡ ਦਿੱਤਾ ਸੀ ਪਹਿਲਾਂ, ਇਹ ਸੁਪਰੀਮ ਕੋਰਟ ਨੇ ਫਿਰ ਵਾਪਸ ਜੇਲ੍ਹ 'ਚ ਭੇਜ ਦਿੱਤਾ, ਇਹਨਾਂ ਨੂੰ ਹੁਣ ਛੱਡ ਦਿੱਤਾ ਜਾਵੇ ਜੀ, ਅੱਗੇ ਤੋਂ ਨਹੀਂ ਕਰਿਆ ਕਰਨਗੇ ਕਤਲ। ਸਰਕਾਰ ਨੇ ਕਿਹਾ ਛੱਡ ਦਿਓ, ਪਰ ਇਹਨਾਂ ਜਿਨ੍ਹਾਂ ਦਾ ਤੁਸੀਂ ਬੰਦਾ ਕਤਲ ਕੀਤਾ ਉਹਨਾਂ ਤੋਂ ਪਹਿਲਾਂ ਲਿਖਵਾ ਕੇ ਲੈ ਲਓ ਕਿ ਇਸ ਵਾਰੀ ਨਹੀਂ ਅਪੋਜ਼ ਕਰਨਗੇ, ਫਿਰ ਸੁਪਰੀਮ ਕੋਰਟ ਭੱਜ ਜਾਂਦੇ ਨੇ। ਉਹਨਾਂ ਵਿਚਾਰਿਆਂ ਦਾ ਇੰਨਾ ਪ੍ਰੈਸ਼ਰ ਉਹਨਾਂ ਨੇ ਲਿਖ ਕੇ ਦੇ ਦਿੱਤਾ ਤੇ ਬੰਦਾ ਛੱਡ ਦਿੱਤਾ। ਸਤਪਾਲ ਖੰਡੇਵਾਲਾ ਉਹਨਾਂ ਦੇ ਜਿਹੜੇ ਭਰਾ ਸੀ, ਉਹਨਾਂ ਨੇ ਮੈਨੂੰ ਉਸ ਵੇਲੇ ਦੱਸਿਆ ਸੀ ਕਿ ਪ੍ਰੈਸ਼ਰ ਹੀ ਇੰਨਾ ਸੀ ਜੀ, ਧਾਰਮਿਕ ਆਰਗੇਨਾਈਜੇਸ਼ਨਸ ਪ੍ਰੈਸ਼ਰ ਕਰ ਰਹੀਆਂ ਸੀ।
ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਾ ਕੇ ਬ੍ਰੇਕਾਂ ਲਾਈਆਂ ਨੇ ਵੀ ਇਹ ਕੀ ਤਮਾਸ਼ਾ ਹੋ ਰਿਹਾ, ਤੂੰ ਕੋਈ ਐਪਲੀਕੇਸ਼ਨ ਆਫ ਮਾਈਂਡ ਨਹੀਂ, ਬੰਦਾ ਲਿਖ ਰਿਹਾ ਜੀ ਮੈਂ ਕਤਲ ਕੀਤਾ ਸੀ, ਹੁਣ ਘਰ 'ਚ ਮੇਰੀ ਬੁੱਢੀ ਮਾਂ ਹੈ, ਉਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ, ਕਿਰਪਾ ਕਰਕੇ ਮੈਨੂੰ ਛੱਡ ਦਿੱਤਾ ਜਾਵੇ। ਗਵਰਨਰ ਸਾਹਿਬ ਸੰਵਿਧਾਨ ਦੇ ਆਰਟੀਕਲ 161 ਦੇ ਅੰਡਰ ਮੋਹਰ ਲਾਉਂਦੇ ਨੇ, ਛੱਡ ਦਿਓ ਜੀ, ਤੇ ਛੱਡ ਦਿੱਤਾ ਜਾਂਦਾ। ਇਸੇ ਤਰੀਕੇ ਨਾਲ ਬਿਲਕਿਸ ਬਾਨੋ ਛੱਡ ਦਿੱਤਾ ਗਿਆ। ਅਸੀਂ ਵਰਿਆਂ ਤੱਕ ਤੇ ਕੋਈ ਰੌਲਾ ਨਹੀਂ ਪਾਉਂਦੇ ਕਿ ਰਿਫਾਰਮੇਟਿਵ ਸਿਸਟਮ ਕੀ ਨੇ, ਸੁਧਾਰ ਕਿਹੜੇ ਲਿਆਉਣ ਵਾਲੇ ਨੇ। ਜਿਸ ਦਿਨ ਉਹ ਬਿਲਕਿਸ ਬਾਨੋ ਤੇ 11 ਬੰਦੇ ਛੱਡ ਦਿੰਦੇ ਨੇ, ਉਸ ਦਿਨ ਅਸੀਂ ਰੌਲਾ ਪਾਉਂਦੇ ਆ। ਮੈਂ ਇਹ ਸਮਝਦਾ ਕਿ ਇੱਕ ਔਰਤ ਦਾ ਰੇਪ ਹੋਇਆ, ਇੱਕ ਮੁਸਲਿਮ ਕਮਿਊਨਿਟੀ ਦੇ ਉੱਤੇ ਲਗਾਤਾਰ ਇੱਕ ਪ੍ਰੈਸ਼ਰ ਹੈ, ਉਹਨਾਂ ਨੂੰ ਕੀਤਾ ਜਾ ਰਿਹਾ, ਜ਼ਲੀਲ ਕੀਤਾ ਜਾ ਰਿਹਾ, ਤਜ਼ਲੀਲ ਕੀਤੀ ਜਾ ਰਹੀ ਉਹਨਾਂ ਦੀ, ਇਸ ਕਰਕੇ ਅਸੀਂ ਰੌਲਾ ਪਾ ਰਹੇ ਹਾਂ। ਅਦਰਵਾਈਜ਼ ਜੋ ਕੁਝ ਹੋ ਰਿਹਾ ਸਾਡੇ ਜਸਟਿਸ ਡਿਸਪੈਂਸਿੰਗ ਉਹਦੇ ਬਾਰੇ ਅਸੀਂ ਰੌਲਾ ਨਹੀਂ ਪਾ ਰਹੇ ਸੀ। ਇੱਕ ਤਾਂ ਬੇਈਮਾਨ ਜੇ ਤਾਂ ਅਸੀਂ ਆ ਨਾ, ਫਿਰ ਇੱਕ ਤੁਹਾਡੇ ਨੂੰ ਲੱਗਦਾ ਕਿ ਜਦੋਂ ਕਿਸੇ ਮੁਸਲਿਮ ਔਰਤ ਨਾਲ ਹੁੰਦਾ ਉਦੋਂ ਤੁਸੀਂ ਰੌਲਾ ਪਾਉਂਦੇ ਹੋ, ਸਾਰੇ ਲਿਬਰਲ ਪ੍ਰੋਗਰੈਸਿਵ ਡੈਮੋਕ੍ਰੈਟਿਕ ਵੱਡੇ ਇਕੱਠੇ ਹੋਏ ਚੰਡੀਗੜ੍ਹ ਦੇ 17 ਸੈਕਟਰ 'ਚ ਪਹੁੰਚ ਜਾਂਦੇ ਹੋ। ਨਹੀਂ ਦੇਖੋ ਪਲੀਜ਼ ਤੁਸੀਂ ਕੰਟੀਨਿਊ। ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ, ਖਾਸ ਕਰ ਜਦੋਂ ਉਹਨਾਂ ਨੇ ਕਿਹਾ ਗੁੱਡ ਕੰਡਕਟ ਆਫ ਬਿਹੇਵੀਅਰ ਇਨਟੂ ਦ ਜੇਲਸ, ਅਸੀਂ ਬੰਦੇ ਨੂੰ ਜੇਲ੍ਹ ਭੇਜਦੇ ਹਾਂ ਕਿ ਉਹ ਆਪਦੀ ਗਲਤੀ ਨੂੰ ਰਿਅਲਾਈਜ਼ ਕਰੇ, ਉਹਨੂੰ ਰੈਕਟੀਫਾਈ ਕਰੇ। ਦੋ ਸਾਡਾ ਜੇਲ੍ਹ ਸਿਸਟਮ ਕਿਵੇਂ ਦਾ ਉੱਤੇ ਅਲੱਗ ਡਿਬੇਟ ਹੋ ਸਕਦੀ ਹੈ, ਉਹਨੂੰ ਰੈਕਟੀਫਾਈ ਕਰੇ, ਉਹਨੂੰ ਰਿਅਲਾਈਜ਼ ਕਰੇ ਤੇ ਇੱਕ ਚੰਗਾ ਬੰਦਾ ਬਣ ਕੇ, ਚੰਗਾ ਪਰਸਨ ਬਣ ਕੇ ਦੁਬਾਰਾ ਸਮਾਜ ਦੇ ਵਿੱਚ ਆਵੇ। ਬੇਸਿਕਲੀ ਜੇਲ੍ਹ ਭੇਜਣ ਦਾ, ਉਹਨੂੰ ਸੋਸਾਇਟੀ ਨਾਲੋਂ ਆਈਸੋਲੇਟ ਕਰਨ ਦਾ ਬੇਸਿਕਲੀ ਇੰਨਾ ਕੁ ਏਜੰਡਾ ਆਪਣਾ ਰਹਿੰਦਾ ਹੈਗਾ। ਬਿਲਕੁਲ। ਤੀਜਾ, ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਇੱਕ ਜਿਹੜਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਨੂੰ ਲੱਗਦੀ ਹੈ, ਉਹ ਇਹ ਲੱਗਦੀ ਕਿ 11 ਦੇ 11 ਬੰਦੇ ਇੱਕ ਦਿਨ ਰਿਅਲਾਈਜ਼ ਕਰ ਲੈਂਦੇ ਨੇ। ਉਹ ਟਾਈਮ ਪੀਰੀਅਡ ਬਹੁਤ ਬੋਰਡ ਬੈਠੇ ਨਾ, ਬੋਰਡ ਨੇ ਉਸ ਦਿਨ ਫੈਸਲਾ ਲੈ ਲਿਆ, ਉਹ ਤਾਂ ਹੋ ਸਕਦਾ ਉਹਨਾਂ ਦਾ ਲੇਟ ਹੋ ਗਿਆ ਹੋਵੇ, ਹੋ ਸਕਦਾ ਉਹਨੇ 5 ਸਾਲ ਬਾਅਦ ਰਿਅਲਾਈਜ਼ ਕਰ ਲਿਆ ਹੋਵੇ, ਤੁਹਾਡਾ ਸਿਸਟਮ ਹੀ ਠੀਕ ਨਹੀਂ ਹੋਵੇ। ਬਿਲਕੁਲ, ਮੈਂ ਕਹਿ ਰਹੀ ਹਾਂ ਕਿ ਉਸ ਤੋਂ ਬਾਅਦ ਵਿੱਚ ਚਲੋ ਠੀਕ ਹੈ ਕਿ ਬੋਰਡ ਬੈਠਾ ਤੇ ਉਹਨਾਂ ਨੇ ਇਹ ਕਹਿ ਲਿਆ ਕਿ 11 ਦੇ 11 ਬੰਦੇ ਆਪਦੀ ਗਲਤੀ ਨੂੰ ਰਿਅਲਾਈਜ਼ ਕਰਦੇ ਨੇ, ਪਰ ਜਿਹੜਾ ਪੋਸਟ ਬਾਹਰ ਨਿਕਲ ਕੇ ਵੀ ਆਪਾਂ ਦੇਖਦੇ ਹਾਂ, ਦੇ ਆਰ ਲਾਈਕ ਸੈਲੀਬ੍ਰੇਟਿੰਗ ਇਟ, ਕਿ ਉਹਨਾਂ ਦਾ ਸਵਾਗਤ ਹੋ ਰਿਹਾ। ਹਾਂਜੀ, ਮਤਲਬ ਉਹ ਸਵਾਗਤ ਐਕਚੁਅਲੀ ਕੁਐਸਚਨ ਮਾਰਕ ਖੜੇ ਕਰਦਾ ਹੈ। ਮਤਲਬ ਜਿਹੜਾ ਇਹ ਜਿਹੜੀ ਗੱਲ ਕਰ ਰਹੇ ਨਾ, ਨਹੀਂ, ਸੋ ਹਰੀਸ਼ ਆਰ ਵੀ ਸੇਇੰਗ ਕਿ ਉਹਨਾਂ ਨੂੰ ਛੱਡ ਤਾਂ ਦੇਣਾ ਚਾਹੀਦਾ ਸੀ, ਸਵਾਗਤ ਨਹੀਂ ਸੀ ਹੋਣਾ ਚਾਹੀਦਾ। ਦੈਨ ਦੈਟਸ ਅ ਪੋਲੀਟੀਕਲ ਪ੍ਰੋਬਲਮ, ਉਹ ਤੁਹਾਡੀ ਸਮਾਜਿਕ ਪੋਲੀਟੀਕਲ ਸਮੱਸਿਆ, ਉਹਦੇ ਬਾਰੇ ਤੁਸੀਂ ਲੜਾਈ ਕਰੋ। ਸਰ ਦੇ ਇਹ ਜਿਹੜਾ ਐਟੀਟਿਊਡ ਹੈ ਨਾ, ਇਹ ਬੇਸਿਕਲੀ ਇਸ ਕੇਸ ਨੂੰ ਅਲੱਗਾ ਬਣਾਉਂਦਾ ਹੈ ਬਾਕੀ ਸਾਰੇ ਕੇਸਾਂ ਤੋਂ। ਇਹ ਜਿਹੜੀ ਸੈਲੀਬ੍ਰੇਸ਼ਨ ਪੋਸਟ ਉਹਨਾਂ ਦੇ ਛੱਡੇ ਦੀ ਹੈਗੀ ਹੈ। ਹੁਣ 11 ਜਣਿਆਂ ਦਾ ਤਾਂ ਕਰੈਕਟਰ ਕਿਸੇ ਨੇ ਹਜੇ ਤੱਕ ਪੁੱਛਿਆ ਵੀ ਨਹੀਂ ਹੈ ਕਿ ਉਹਦਾ ਗੁੱਡ ਬਿਹੇਵੀਅਰ ਸੀਗਾ ਕਿ ਵੀ ਨਹੀਂ ਸੀਗਾ। ਵੀ ਆਰ ਨਾਟ ਕੁਐਸਚਨਿੰਗ ਦੀ ਸੈਲੀਬ੍ਰੇਸ਼ਨ। ਬੇਸਿਕਲੀ ਅਸੀਂ ਇੱਕ ਤਰ੍ਹਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੌਨਸਟਰਾਈਜ਼ ਕਰ ਰਹੇ ਹਾਂ ਕਿ ਇਹ 11 ਨੇ ਜੀ ਅੰਦਰ ਪਾਓ। ਸਰਬਜੀਤ, ਕੀ ਸਰਕਾਰ ਇਸ ਜਿਹੜੇ ਮੈਂ ਕਹਿ ਰਿਹਾ ਮੌਨਸਟਰਾਈਜ਼ ਕਰ ਰਿਹਾ, ਉਹਨਾਂ ਨੂੰ ਰਾਖਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਨਾ 11 ਨੂੰ, ਕੀ ਦਰਅਸਲ ਨਿਜ਼ਾਮ ਇੱਕ ਹੋਰ ਸੁਨੇਹਾ ਨਹੀਂ ਭੇਜ ਰਿਹਾ? ਜਦੋਂ ਤੁਸੀਂ ਕਹਿਣਾ ਚਾਹੁੰਦੇ ਰਿਲੀਜੀਅਸ ਆਇਡੈਂਟੀਟੀ ਦੇਖ ਕੇ ਰੇਪ ਹੋਇਆ, ਰਿਲੀਜੀਅਸ ਆਇਡੈਂਟੀਟੀ ਦੇਖ ਕੇ ਬੰਦੇ ਛੱਡੇ ਜਾ ਰਹੇ ਨੇ, ਤੇ ਇੱਕ ਟੋਟਲਾਈਜੇਸ਼ਨ ਵੀ ਹੋ ਰਹੀ ਨਾ ਸਾਡੀ ਸੋਚ ਦੀ। ਇਹ ਸਾਰਾ ਕੁਝ ਹੈ ਹੀ, ਮਿਨੋਰਿਟੀ ਵੀ ਅਟੈਕ ਤੇ ਹੈ, ਵਿਮਨ ਬਾਡੀ ਅਟੈਕ ਤੇ ਹੈ, ਦਲਿਤਸ ਅਟੈਕ ਤੇ ਨੇ, ਉਹ ਸਾਰਾ ਕੁਝ ਹੈ। ਮੈਂ ਇੱਥੇ ਹੀ ਆਉਣਾ ਚਾਹੁੰਦੀ ਸੀ ਕਿ ਪ੍ਰੋਬਲਮ ਉੱਥੇ ਹੀ ਆ ਜਾਂਦੀ ਹੈ ਫਿਰ ਕਿ ਇਸ ਕੇਸ 'ਚ ਤੇ ਜਿਹੜੇ 3 ਕੇਸ ਤੁਸੀਂ ਸੁਣਾਏ, ਉਹਨਾਂ ਚਾਰੇ ਕੇਸਾਂ ਨੂੰ ਸੁਣਾਉਣ ਤੋਂ ਬਾਅਦ ਸਾਡੀ ਆਡੀਅנס ਸਾਡੇ ਸਮੇਤ ਉਹਨਾਂ ਕੋਲ ਕਹਾਣੀ ਕੀ ਪਹੁੰਚਦੀ ਹੈ? ਉਹ ਕਹਾਣੀ ਸਾਨੂੰ ਕੁਝ ਕਹਿ ਰਹੀ ਹੈ। ਉਹ ਕਹਾਣੀ ਕਹਿ ਰਹੀ ਹੈ, ਵੱਡੀ ਆਡੀਅנס ਇੱਕ ਕਹਾਣੀ ਲੈ ਕੇ ਬੈਠੀ ਹੈ। ਉਹ ਯਾਦ ਕਰੋ, ਕਥੂਆ ਦੇ ਵਿੱਚ 8 ਸਾਲਾਂ ਦੀ ਬੱਚੀ ਦਾ ਰੇਪ ਤੇ ਮਰਡਰ ਹੋਇਆ ਸੀ, ਤੇ ਰੇਪਿਸਟਾਂ ਦੇ ਹੱਕ ਵਿੱਚ ਹੱਥਾਂ ਵਿੱਚ ਤਿਰੰਗੇ ਫੜ ਕੇ ਵੱਡੀ ਰੈਲੀ ਨਿਕਲੀ ਸੀ ਬਲਾਤਕਾਰੀਆਂ ਦੇ ਹੱਕ ਵਿੱਚ। ਉਹ ਸਾਰਾ ਕੁਝ ਹੋਇਆ। ਤੁਸੀਂ ਸਾਨੂੰ ਇਹ ਕਹਾਣੀ ਕਹਿਣਾ ਚਾਹੁੰਦੇ ਹੋ ਕਿ ਜੇ ਤੁਸੀਂ ਸਾਡੇ ਕੋਲ ਇੱਕ ਖਾਸ ਧਿਰ ਕੋਲ, ਉਹ ਧਿਰ ਹਰ ਥਾਂ ਤੇ ਬਦਲਦੀ ਰਹਿੰਦੀ ਹੈ, ਦੇਸ਼ ਬਹੁਤ ਵੱਡਾ ਹੈ, ਦੁਨੀਆ ਬਹੁਤ ਵੱਡੀ ਹੈ, ਦੁਨੀਆ 'ਚ ਵੱਖ-ਵੱਖ ਥਾਵਾਂ ਤੇ ਇਹ ਧਿਰ ਵੱਖਰੀ ਹੈ, ਪਰ ਜੇ ਤੁਸੀਂ ਉਸ ਧਿਰ ਨਾਲ ਐਸੋਸੀਏਟ ਹੁੰਨੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਰੇਪ ਕਰ ਦਿਓ, ਤੁਸੀਂ ਕਿਸੇ ਨੂੰ ਮਰਡਰ ਕਰ ਦਿਓ, ਤੁਹਾਨੂੰ ਬਚਾ ਲਿਆ ਜਾਊਗਾ, ਤੁਸੀਂ ਆਪਣੀ ਬਣਦੀ ਸਜ਼ਾ ਨਹੀਂ ਭੁਗਤੋਗੇ। ਪ੍ਰੋਬਲਮ ਇਹ ਹੈ, ਇੱਕ ਤਾਂ ਇਹ ਚੀਜ਼ ਅਲੱਗਾ ਕਰਦੀ ਹੈ ਕਿ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਗਿਆ ਬਾਹਰ ਆ ਕੇ। ਇਹ ਹੈਗਾ ਕਿ ਉਹਨਾਂ ਨੂੰ ਤੁਸੀਂ ਕਿਹਾ ਕਿ ਸਾਡੀ ਸੋਸ਼ਲ ਪੋਲੀਟੀਕਲ ਪ੍ਰੋਬਲਮ ਹੈ ਕਿ ਉਹਨਾਂ ਨੂੰ ਕਿਸੇ ਹੋਰ ਨੇ ਸੈਲੀਬ੍ਰੇਟ ਕੀਤਾ, ਪਰ ਕੀ ਉਹਨਾਂ ਨੂੰ ਵੀ ਇਸ ਗੱਲ ਤੇ ਗਰੂਰ ਹੈ ਕਿ ਜੋ ਉਹਨਾਂ ਨੇ ਕੀਤਾ? ਅਜੇ ਉਹਨਾਂ ਦੇ ਕੀਤੇ ਬਾਰੇ ਕੋਈ ਸ਼ੱਕ ਨਹੀਂ ਹੈ, ਮੈਂ ਤੁਹਾਨੂੰ ਜੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਕੁਝ ਆਪਣੀ ਜ਼ਿੰਦਗੀ 'ਚ ਕੀਤਾ, ਉਹ ਕਰਨ ਦੀ ਮੈਂ 10 ਸਾਲ 8 ਸਾਲ 12 ਸਾਲ ਸਜ਼ਾ ਭੁਗਤੀ ਜੋ ਮੈਨੂੰ ਕਾਨੂੰਨ ਨੇ ਦਿੱਤੀ। ਬਾਹਰ ਕਿਸੇ ਦਾ ਕੋਈ ਮੋਟਿਵ ਸੀ, ਉਹਨਾਂ ਨੇ ਮੈਨੂੰ ਬਾਹਰ ਕੱਢ ਲਿਆ, ਕੱਢਣ ਤੋਂ ਬਾਅਦ ਉਹ ਆਪਣੀ ਰਾਜਨੀਤੀ ਕਰ ਰਹੇ ਨੇ, ਆਪਣੀ ਕਹਾਣੀ ਘੜ ਰਹੇ ਨੇ। ਮੇਰੀ ਸ਼ਕਲ, ਮੇਰਾ ਚਿਹਰਾ, ਮੇਰਾ ਜੈਸਚਰ ਐਜ਼ ਅ ਹਿਊਮਨ ਬੀਇੰਗ, ਐਜ਼ ਅ ਲਿਵਿੰਗ ਹਿਊਮਨ ਬੀਇੰਗ, ਮੈਂ ਕਿੱਥੇ ਖੜੀ ਹਾਂ ਆਪਣੇ ਉਸ 12 ਸਾਲ ਪਹਿਲਾਂ ਕੀਤੇ ਐਕਟ ਦੇ ਉੱਤੇ? ਕਿ ਮੈਂ ਇਸ ਚੀਜ਼ ਨੂੰ ਜਸਟੀਫਾਈ ਕਰ ਰਹੀ ਹਾਂ ਔਰ ਇਹਨੂੰ ਗਲੋਰੀਫਾਈ ਕਰ ਰਹੀ ਹਾਂ? ਜੇ ਤੁਹਾਨੂੰ ਯਾਦ ਹੋਵੇ ਦਾਮਨੀ ਕੇਸ ਦੀ ਇੰਟਰਵਿਊਜ਼ ਆਈ ਸੀ, ਤਾਂ ਉਹ ਦਾਮਨੀ ਨਾਲ ਨਿਰਭੈ ਕੇਸ ਨਹੀਂ ਕਿਹਾ ਜਾਂਦਾ, ਤਾਂ ਉਸ ਕੇਸ ਦੇ ਵਿੱਚ ਜਿਹੜੇ
ਆਰੋਪੀ ਸੀ ਉਹਨਾਂ ਚੋਂ ਇੱਕ ਨੇ, ਜੇ ਮੈਨੂੰ ਪੂਰੀ ਠੀਕ ਤਰ੍ਹਾਂ ਯਾਦ ਹੈ, ਇੱਕ ਨੇ ਕਿਹਾ ਸੀ ਕਿ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਕਿ ਮੈਂ ਕੀਤਾ ਤੇ ਮੈਂ ਦੁਬਾਰਾ ਵੀ ਸ਼ਾਇਦ ਇਹੀ ਕਰਾਂ। ਤੁਸੀਂ ਉਹਨਾਂ ਬੰਦਿਆਂ ਨੂੰ ਛੱਡਦੇ ਹੋ ਤੇ ਉਹਨਾਂ ਬੰਦਿਆਂ ਨੂੰ ਛੱਡਣ ਤੋਂ ਬਾਅਦ ਤੁਸੀਂ ਕਿਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹ ਇੱਕ ਕਹਾਣੀ ਹੈ ਤੇ ਕਹਾਣੀ ਇੱਕ ਗੱਲ ਮੈਂ ਇਹਦੇ ਚ ਐਡ ਕਰਨਾ ਚਾਹੂੰਗੀ, ਜੇ ਮੈਂ ਜ਼ਿਆਦਾ ਟਾਈਮ ਨਹੀਂ ਲੈ ਰਹੀ, ਕਿ ਹੁਣ ਤਾਂ ਇਹ ਕਹਾਣੀ ਸਾਡੀਆਂ ਅੱਖਾਂ ਦੇ ਸਾਹਮਣੇ ਆ ਗਈ। ਅਸੀਂ 47 ਚ ਕੀ ਕੀਤਾ, ਅਸੀਂ 84 ਚ ਕੀ ਕੀਤਾ, ਅਸੀਂ ਇਹਨਾਂ ਕਹਾਣੀਆਂ ਨੂੰ ਛੱਡਦੇ ਰਹੇ। ਅਸੀਂ ਭੁੱਲੇ ਕੁਛ ਨਹੀਂ ਆ, ਅਸੀਂ ਕਠੂਆ ਵੀ ਨਹੀਂ ਭੁੱਲੇ, 84 ਵੀ ਨਹੀਂ ਭੁੱਲੇ, 90 ਵੀ ਨਹੀਂ ਭੁੱਲੇ, 92 ਵੀ ਨਹੀਂ ਭੁੱਲੇ, 2000 ਵੀ ਨਹੀਂ ਭੁੱਲੇ, 2002 ਵੀ ਨਹੀਂ ਭੁੱਲੇ, ਪਰ ਅਸੀਂ ਪ੍ਰਟੈਂਡ ਇਹ ਕੀਤਾ ਕਿ ਸਾਨੂੰ ਨਹੀਂ ਯਾਦ, ਅਸੀਂ ਨਹੀਂ ਗੱਲ ਕਰਨਾ ਚਾਹੁੰਦੇ। ਕਿਉਂ ਨਹੀਂ ਗੱਲ ਕਰਨਾ ਚਾਹੁੰਦੇ? ਕਿਉਂਕਿ ਇੱਕ ਕਹਾਣੀ ਸੀ, ਤੁਸੀਂ ਗੱਲ ਕਰੋਗੇ ਤੁਸੀਂ ਵੀ ਖਤਰੇ 'ਚ। ਅਸੀਂ ਕਹਾਣੀਆਂ ਕੁਐਸਚਨ ਵੀ ਨਹੀਂ ਕੀਤੀਆਂ ਜਿਹੜੀਆਂ ਸਾਡੀਆਂ ਕਹਾਣੀਆਂ, ਕਿਉਂਕਿ ਰੇਪ ਦਾ ਸੰਬੰਧ ਬਲਾਤਕਾਰ ਦੇ ਸ਼ਬਦ ਇਮੀਡੀਏਟਲੀ ਔਰਤ ਦੀ ਇੱਜ਼ਤ ਨਾਲ ਜੁੜ ਜਾਂਦਾ, ਤੇ ਅਸੀਂ ਤੇ ਇਹ ਕਹਾਣੀ ਬਣਾਈ ਨਾ ਕਿ ਜੀ ਉਹਨਾਂ ਦੀ ਇੱਜ਼ਤ ਤੇ ਆਪ ਹੀ ਸੀ, ਅਸੀਂ ਫਿਰ ਆਪਣੀਆਂ ਬੇਟੀਆਂ ਨੂੰ ਆਪ ਕਤਲ ਕਰਕੇ ਖੂਹ ਵਿੱਚ ਸੁੱਟ ਦਿੱਤਾ, ਉਹ ਜੀ ਖੂਹ ਵਿੱਚ ਛਾਲਾਂ ਮਾਰ ਗਈਆਂ, ਤੇ ਇਹ ਕਹਾਣੀ ਅਜੇ ਤੱਕ ਕੁਐਸਚਨ ਨਹੀਂ ਹੋਈ। ਕੀ ਹੋ ਜਾਂਦਾ? ਅਸੀਂ ਤਾਂ ਕਤਲਾਂ ਨੂੰ ਵੀ ਮੁਸਲਮਾਨ ਲੈ ਜਾਂਦੇ, ਫਿਰ ਕੀ ਹੋ ਜਾਂਦਾ? ਅਸੀਂ ਕਤਲਾਂ ਨੂੰ ਵੀ ਐਸਪੀਜੀ ਐਡਰੈਸ ਨਹੀਂ ਕੀਤਾ। ਸੈਂਕੜੇ ਦੇ ਸੈਂਕੜੇ, ਹਜ਼ਾਰਾਂ ਦੇ ਹਜ਼ਾਰਾਂ ਲੋਕ ਸਾਡੇ ਸਾਹਮਣੇ ਮਰੇ, ਅਸੀਂ ਉਹਨਾਂ ਨੂੰ ਜਾਣ ਦਿੱਤਾ ਸਿਰਫ ਇਸ ਲਈ ਤਾਂ ਕਿ ਸਾਡੀ ਖਲੜੀ ਬਚ ਸਕੇ। ਉਹ ਸਾਰਿਆਂ ਨੇ ਕੀਤਾ, ਉਹ ਵਿਦਵਾਨਾਂ ਨੇ ਵੀ ਕੀਤਾ, ਉਹ ਮੀਡੀਆ ਨੇ ਵੀ ਕੀਤਾ, ਉਹ ਪੋਲੀਟੀਸ਼ੀਅਨਸ ਨੇ ਵੀ ਕੀਤਾ, ਉਹ ਅਫਸਰਾਂ ਨੇ ਵੀ ਕੀਤਾ। ਸੌਰੀ ਟੂ ਸੇ ਐਜ਼ ਏ ਕਮਿਊਨਿਟੀ ਅਸੀਂ ਸਾਰੇ ਉਹਦੇ ਭਾਗੀਦਾਰ ਹਾਂ। ਇਸ ਚੀਜ਼ ਨੇ ਇੱਕ ਵੱਡੀ ਨਰੇਸ਼ਨ ਖੜੀ ਕੀਤੀ, ਇੱਕ ਕਹਾਣੀ ਖੜੀ ਕੀਤੀ। ਉਹ ਕਹਾਣੀ ਇਹ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਨੇ, ਇਹ ਥੋੜੇ ਸਮੇਂ ਦਾ ਹੱਲਾ ਗੁੱਲਾ ਹੁੰਦਾ, ਇਹਨੇ ਕਰਨਾ, ਕਿਸੇ ਨੇ ਪ੍ਰੋਟੈਸਟ ਕਰ ਦੇਣਾ, ਕਿਸੇ ਨੇ ਇੱਕ ਦਲੀਲ 'ਚ ਬੋਲ ਦੇਣਾ, ਇਹ ਛੱਡ ਜਾਣਾ। ਮੈਨੂੰ ਜਿਹੜੀ ਗੱਲ ਅਰਪਨ ਜਿਹੜੀ ਤੰਗ ਕਰ ਰਹੀ ਹੋਈ ਹੈ ਕਿ ਜਦੋਂ ਮਤਲਬ ਇੱਕ ਤਾਂ ਸਾਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਤੁਸੀਂ ਗੁਜਰਾਤ ਬਾਰੇ ਗੱਲ ਕਿਉਂ ਨਹੀਂ ਕਰਦੇ। ਸਾਨੂੰ ਸਾਰੀਆਂ ਸ਼ਿਕਾਇਤਾਂ ਨੇ, ਸਾਨੂੰ ਤਾਂ ਅਜੇ ਸਰਬਜੀਤ 47 ਬਾਰੇ ਵੀ ਆਪਣੀ ਸ਼ਿਕਾਇਤ ਲਈ ਬੈਠੀ ਹੈ ਕਿ ਤੁਸੀਂ 47 ਬਾਰੇ ਗੱਲ ਨਹੀਂ ਕਰਦੇ। ਪਰ ਮੈਨੂੰ ਜਦੋਂ ਤੁਸੀਂ ਗੁਜਰਾਤ ਬਾਰੇ ਗੱਲ ਸ਼ੁਰੂ ਕਰ ਦਿੱਤੀ, ਜਦੋਂ ਬਿਲਕਿਸ ਬਾਨੋ ਬਾਰੇ ਗੱਲ ਸ਼ੁਰੂ ਕਰ ਦਿੱਤੀ, ਉਹ ਤੁਸੀਂ ਬੈਸਟ ਬੇਕਰੀ ਬਾਰੇ ਵੀ ਗੱਲ ਕਰ ਲਓ। ਉੱਥੇ 14 ਬੰਦੇ ਤੁਸੀਂ ਜਿਉਂਦੇ ਸਾੜ ਦਿੱਤੇ, CBI ਨੇ 9 ਨੂੰ ਲਾਈਫ ਟਰਮਸ ਕਰ ਦਿੱਤੀਆਂ। ਫਿਰ ਸਾਬਰਮਤੀ ਐਕਸਪ੍ਰੈਸ ਗੋਦਰਾ ਵਾਲੇ, ਉਹਦੇ ਚ 31 ਬੰਦੇ ਗਿਲਟੀ ਹੋਏ, 11 ਬੰਦਿਆਂ ਨੂੰ ਡੈਥ ਸੈਂਟੈਂਸ ਹੋਇਆ ਤੇ 20 ਬੰਦਿਆਂ ਨੂੰ ਲਾਈਫ ਟਰਮ ਹੋਈ। ਸਰਦਾਰਪੁਰਾ ਕੇਸ ਦੇ ਵਿੱਚ 31 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਨਰੋਦਾ ਪਟਿਆ ਕੇਸ ਦੇ ਵਿੱਚ ਉੱਥੇ ਤਾਂ ਸਪੈਸ਼ਲ ਟ੍ਰਾਇਲ ਕੋਰਟ ਸੀ 2012 ਵਾਲੀ, 32 ਬੰਦੇ ਕਨਵਿਕਟ ਹੋਏ ਨੇ, 22 ਬੰਦੇ ਜਿਹੜੇ ਨੇ 22 ਵਰ ਸੈਂਟੈਂਸਡ ਟੂ 28 ਇਅਰਸ ਇਨ ਜੇਲ, 28 ਸਾਲ ਜੇਲ੍ਹ ਵਿੱਚ। ਇਹਨਾਂ ਵਿੱਚ ਮਾਇਆ ਕੋਦਨਾਨੀ ਜੀ ਸਨ। ਮਾਇਆ ਕੋਦਨਾਨੀ ਜੀ ਸ੍ਰੀ ਨਰਿੰਦਰ ਮੋਦੀ ਜੀ ਦੀ ਪਹਿਲੀ ਸਰਕਾਰ ਜਿਹੜੀ ਗੁਜਰਾਤ ਦੀ ਸੀ ਉਹਦੇ ਵਿੱਚ ਮੰਤਰੀ ਸਨ। ਮੰਤਰੀ ਉਹ ਸੁੱਖ ਨਾਲ ਔਰਤਾਂ ਦੀ ਭਲਾਈ ਬਾਰੇ ਮਹਿਕਮੇ ਦੇ ਸਨ। ਉਹਨਾਂ ਨੂੰ 28 ਸਾਲ ਦੀ ਕੈਦ ਦੀ ਸਜ਼ਾ ਹੋਈ। ਇਸੇ ਤਰੀਕੇ ਨਾਲ ਕੋਈ ਬੋਰਡ ਬੈਠਾ ਹੋਣਾ ਤੇ ਹੁਕੂਮਤ ਬਦਲੀ, ਵਕਤ ਬਦਲਿਆ, ਫਿਰ ਸੁਪਰੀਮ ਕੋਰਟ ਦਾ ਵਿਊ ਵੀ ਬਦਲ ਗਿਆ ਤੇ ਮਾਇਆ ਕੋਦਨਾਨੀ ਜੀ ਰਿਲੀਜ਼ ਹੋ ਗਏ। ਉਹਨਾਂ ਦੇ ਨਾਲ ਹੀ ਸਾਡੇ ਆਨਰੇਬਲ ਸਿਟੀਜ਼ਨ, ਦੇਸ਼ ਦੇ ਨਾਗਰਿਕ ਮਾਨਯੋਗ ਸ੍ਰੀ ਬਾਬੂ ਬਜਰੰਗੀ ਬਾਬੂ ਜੀ ਵੀ ਉਹਦੇ ਨਾਲ ਹੀ ਛੱਡ ਦਿੱਤੇ ਗਏ। ਇਹਨਾਂ ਨੂੰ ਵੀ 28 ਸਾਲ ਦੀ ਕੈਦ ਹੋਈ ਸੀ। ਇਹ ਉਹੀ ਬਜਰੰਗੀ ਬਾਬੂ ਨੇ ਜਿਹੜੇ ਟੀਵੀ ਦੇ ਉੱਤੇ, ਸਕਰੀਨ ਦੇ ਉੱਤੇ ਜੋਸ਼ੋ ਖਰੋਸ਼ ਨਾਲ ਦੱਸ ਰਹੇ ਨੇ ਕਿ ਫਿਰ ਮੈਂ ਉਸ ਮੁਸਲਮਾਨ ਔਰਤ ਨੂੰ ਜਿਹੜੀ ਗਰਭਵਤੀ ਸੀ ਕਿਵੇਂ ਮਾਰਿਆ ਤੇ ਉਹਦੇ ਪੇਟ ਵਿੱਚੋਂ ਬੱਚਾ ਕੱਢ ਕੇ ਉਸ ਨੂੰ ਮੈਂ ਕਿਵੇਂ ਚੀਰਿਆ। ਬਿਲਕੁਲ ਮੈਨੂੰ ਲੱਗਦਾ ਹੈ ਕਿ ਘਟਨਾਵਾਂ ਨਵੀਆਂ ਨਹੀਂ ਗਈਆਂ। ਮੈਂ ਦੁਬਾਰਾ ਉਹੀ ਗੱਲ ਕਰਦਾ ਜਿਹੜਾ ਮੈਂਟਲੀ ਨੰਬ ਹੋ ਗਏ ਅਸੀਂ, ਮਤਲਬ ਬਿਲਕੁਲ ਇਹ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਨੇ ਇਹ ਘਟਨਾਵਾਂ, ਕੋਈ ਨਵੀਂ ਨਹੀਂ ਗੀ। ਪਰ ਹਰ ਵਾਰੀ ਕੁਝ ਨਵਾਂ ਹੁੰਦਾ ਤੇ ਸਾਨੂੰ ਝੰਜੋੜ ਕੇ ਹੋਰ ਝੰਜੋੜ ਦਿੰਦਾ। ਜਿਵੇਂ ਬਿਲਕਿਸ ਬਾਨੋ ਵਾਲੇ ਕੇਸ 'ਚ ਸਿਰਫ ਉਹਦੀ ਰਿਹਾਈ, ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਉਹ ਜਸਟਿਸ ਤੋਂ ਪਰਦਾ ਉੱਤਰ ਜਾਣਾ, ਜਸਟਿਸ ਦੀ ਉਮੀਦ ਦਾ ਖਤਮ ਹੋ ਜਾਣਾ, ਮੈਨੂੰ ਲੱਗਦਾ ਉਹ ਇੰਪੋਰਟੈਂਟ ਹੈ। ਦੂਸਰਾ ਮੈਨੂੰ ਲੱਗਦਾ ਕਿ ਅਸੀਂ ਗਿੱਜ ਚੁੱਕੇ ਹਾਂ ਜਾਂ ਅਸੀਂ ਹੈਬਿਚੁਅਲ ਹੋ ਗਏ ਹਾਂ। ਕ੍ਰਿਮੀਨਲਾਈਜੇਸ਼ਨ ਦੇ ਅੰਡਰ ਅਸੀਂ ਹਰ ਵਾਇਲੈਂਸ ਨੂੰ ਜਸਟੀਫਾਈ ਕਰ ਰਹੇ ਹਾਂ। ਮਤਲਬ ਅਸੀਂ ਇਹ ਦੇਖੀਏ ਕਿ ਉੱਥੇ ਦੰਗੇ ਹੋਏ, ਉੱਥੇ ਕਤਲ ਹੋ ਗਏ, ਉੱਥੇ ਕੁਝ ਹੋਇਆ, ਉੱਥੇ ਰੇਪ। ਮਤਲਬ ਸਾਨੂੰ ਇਹ ਲੱਗਦਾ ਕਿ ਸਵਾਲ ਸੁਸਾਇਟੀ ਦੇ ਅੰਦਰ ਮੈਨੂੰ ਲੱਗਦਾ ਡਿਫਰੈਂਟ ਧੜਿਆਂ ਨੇ ਚੱਕੇ ਹੋਣੇ ਨੇ ਕਿ ਇਹ ਮਾੜਾ ਹੋਇਆ, ਇਹ ਐਵੇਂ ਹੋਇਆ, ਇਹ ਐਵੇਂ ਹੋਇਆ, ਪਰ ਅਸੀਂ ਕਦੇ ਵੀ ਇਹਦੇ ਸੋਲੂਸ਼ਨ ਵਾਲੇ ਪਾਸੇ ਨੂੰ ਜਾਂਦੇ ਨਹੀਂ ਕਿ ਹਾਂ ਇਹਦਾ ਆਖਿਰ ਰਾਹ ਕੀ ਹੈ ਇਹ ਸਭ ਚੀਜ਼ਾਂ ਨੂੰ ਸੈਟਲ ਕਰਨ ਦਾ। ਅਸੀਂ ਸਿਰਫ ਇੱਕ ਆਪਦੇ ਪਰਦਾ ਪਾਉਣ ਦੇ ਲਈ ਆਪਦੀਆਂ ਚੀਜ਼ਾਂ ਤੇ, ਆਪਦੀਆਂ ਗਲਤੀਆਂ ਤੇ, ਜਾਂ ਫਿਰ ਆਪਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਆਪਦੀ ਬੇਬਸੀ ਤੇ, ਅਸੀਂ ਉਹ ਇੱਕ ਕਮਿਊਨਲਾਈਜੇਸ਼ਨ, ਪਹਿਲਾਂ ਲੋਕ ਉਵੇਂ ਵਰਤਦੇ ਸੀ, ਹੁਣ ਸਰਕਾਰ ਨੇ ਵੀ ਉਵੇਂ ਵਰਤਣਾ ਸ਼ੁਰੂ ਕਰਤਾ ਕਿ ਕਮਿਊਨਲਾਈਜੇਸ਼ਨ ਨੂੰ ਅਸੀਂ ਮੇਨ ਰੱਖ ਲੈਂਦੇ ਆ, ਅੱਗੇ ਯੂਜ਼ ਕਰਦੇ ਆ ਆਪਦੀਆਂ ਜਿਹੜੀਆਂ ਸਾਡੇ ਲਈ ਐਕਸਪਲੇਨੇਸ਼ਨ ਹੋ ਗਈ ਕਿ ਕਿਉਂ ਹੋਇਆ ਉਹ ਜੀ ਕਮਿਊਨਲ ਹੋ ਗਿਆ। ਹਰੀ ਤੁਸੀਂ ਲਾ ਨਾਲ ਸੰਬੰਧ ਰੱਖਦੇ ਹੋ। ਮੈਂ ਬ੍ਰੇਕ ਤੋਂ ਬਾਅਦ ਨਾ ਤੁਹਾਡੇ ਕੋਲ ਆ ਕੇ
ਮੈਨੂੰ ਲੱਗਦਾ ਉਸ ਮੁਕਾਮ ਤੇ ਜਾਈਏ ਜਿੱਥੇ ਅਜੇ ਬਿਲਕਿਸ ਬਾਨੋ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਸੀ। ਇਹ ਤਾਂ ਸਾਡੀ ਤੇ ਲੜਾਈ ਇਹ ਹੈ ਨਾ ਕਿ ਇਹਨਾਂ ਨੂੰ ਤਾਂ ਜੀ ਅਸੀਂ ਤਾਂ ਇਨਸਾਫ ਲੈ ਲਿਆ ਸੀ, ਇਹਨਾਂ ਨੂੰ ਤਾਂ ਜੀ ਸਜ਼ਾ ਹੋ ਗਈ ਸੀ, ਤੁਸੀਂ ਹੁਣ ਛੱਡਿਆ ਕਿਉਂ ਹੈ? ਜਦੋਂ ਸਜ਼ਾ ਨਹੀਂ ਸੀ ਹੋਈ ਤੇ ਇਹ ਕੇਸ ਇਨਵੈਸਟੀਗੇਟ ਹੋ ਰਿਹਾ ਸੀ, ਉਸ ਵੇਲੇ ਕੀ ਹੋ ਰਿਹਾ ਸੀ, ਥੋੜੀ ਉਹਦੇ ਬਾਰੇ ਵੀ ਗੱਲ ਕਰਾਂਗੇ, ਉਦੋਂ ਤੋਂ ਜ਼ਿਆਦਾ ਸਮਝ ਆ ਜਾਏਗੀ ਕਿ 11 ਬੰਦਿਆਂ ਨੂੰ। ਸਵਾਗਤ ਹੈ ਜੀ, ਚਰਚਾ ਕਰ ਰਹੇ ਹਾਂ ਬਿਲਕਿਸ ਬਾਨੋ ਕੇਸ ਬਾਰੇ, ਰੇਪ ਬਾਰੇ, ਨਿਜ਼ਾਮ ਬਾਰੇ, ਅਦਾਲਤਾਂ ਬਾਰੇ, ਆਪਣੇ ਬਾਰੇ, ਸਾਡੇ ਤੋਰੰਦਰ ਪਰਿਵਾਰਾਂ ਬਾਰੇ, ਆਪਣੇ ਆਪੇ ਬਾਰੇ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਸਰਬਜੀਤ ਕੌਰ ਜੀ, ਐਕਟਿਵਿਸਟ ਨੇ, ਅਰਪਣ ਮਨਜੀਤ ਵੀ ਐਕਟਿਵਿਸਟ ਨੇ, ਤੇ ਹਰੀਸ਼ ਮਹਿਲਾ ਲਾਇਰ ਨੇ, ਐਕਟਿਵਿਸਟ ਨੇ। ਹਰੀਸ਼ ਜੀ, ਮੈਂ ਬਿਲਕਿਸ ਬਾਨੋ ਦੇ ਉਸ ਵਾਲੇ ਹਿੱਸੇ ਤੇ ਆਉਣਾ ਚਾਹੁੰਦਾ ਜਿਸ ਵੇਲੇ ਇਹ ਦਾਸਤਾਨ ਸ਼ੁਰੂ ਹੁੰਦੀ ਹੈ। ਇੱਕ 27 ਫਰਵਰੀ ਨੂੰ 2002 ਨੂੰ ਗੋਧਰਾ ਦੇ ਵਿੱਚ ਟ੍ਰੇਨ ਜਿਹੜੀ ਹੈ ਉਹ ਸਾੜੀ ਜਾਂਦੀ ਹੈ, ਬਹੁਤ ਸਾਰੇ ਲੋਕ ਉਹਦੇ 'ਚ ਮਾਰੇ ਜਾਂਦੇ ਨੇ। ਉਹ ਸਾਰੇ ਪਿਲਗ੍ਰਿਮ ਸੀ, ਅਯੁੱਧਿਆ ਤੋਂ ਆ ਰਹੇ ਸਨ, ਕਿਉਂਕਿ ਪਿੰਡ ਦੇ ਵਿੱਚ ਉਸ ਤੋਂ ਕਈ ਦਿਨ ਪਹਿਲਾਂ ਈਦ ਵਾਲੇ ਦਿਨ ਇੱਕ ਦੰਗਾ ਹੋਇਆ ਸੀ, ਤੇ ਇਸ ਲਈ ਸਭ ਨੂੰ ਡਰ ਸੀ ਕਿ ਉੱਥੇ ਉਹ ਘਟਨਾ ਹੋ ਗਈ, ਸਾਡੇ ਪਿੰਡ ਵਿੱਚ ਵੀ ਘਟਨਾ ਨਾ ਹੋ ਜਾਵੇ। ਇਸ ਲਈ ਪਰਿਵਾਰ ਭੱਜਦਾ ਹੈ ਅਗਲੇ ਦਿਨ 28 ਫਰਵਰੀ ਨੂੰ, ਤੇ ਉਹ ਦਹੌੜ ਡਿਸਟ੍ਰਿਕਟ ਹੈ, ਰਾਧਿਕਪੁਰ, ਜਿਹੜਾ ਲਗਭਗ 50-60 ਮੀਲ ਦੂਰ ਉਹਨਾਂ ਦੇ ਆਪਣੇ ਪਿੰਡ ਤੋਂ, ਉੱਥੇ ਜਾ ਕੇ ਬਿਲਕਿਸ ਬਾਨੋ ਦਾ ਪਰਿਵਾਰ ਲੈਂਦਾ। ਇੱਕ 3.5 ਸਾਲ ਦੀ ਬੱਚੀ ਆ ਉਹਦੇ ਨਾਲ, 15 ਉਹਦੇ ਫੈਮਿਲੀ ਦੇ ਮੈਂਬਰ ਨੇ। ਹੁਣ ਇਸ ਤੋਂ ਬਾਅਦ ਉੱਥੇ ਇਹ ਘਟਨਾ ਹੁੰਦੀ ਹੈ, ਉਹਨਾਂ ਦੇ ਉੱਤੇ ਇਹ ਜ਼ੁਲਮ ਹੁੰਦਾ ਹੈ। ਛੋਟੀ ਬੱਚੀ ਨੂੰ ਕੋਈ ਇੰਜ ਜ਼ਮੀਨ ਤੇ ਪਟਕ ਕੇ ਮਾਰ ਦਿੰਦਾ ਹੈ, ਬਿਲਕਿਸ ਬਾਨੋ ਨੂੰ ਰੇਪ ਕੀਤਾ ਜਾਂਦਾ, ਉਹਦੀ ਮਦਰ ਨੂੰ ਰੇਪ ਕੀਤਾ ਜਾਂਦਾ, ਪਰਿਵਾਰ ਦੇ ਮੈਂਬਰ ਮਾਰੇ ਜਾਂਦੇ ਨੇ। ਉਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਜਾਂਦੀ ਹੈ। ਇਨੀਸ਼ੀਅਲੀ ਪੁਲਿਸ ਦੇ ਵਿੱਚ 7 ਡੈਥਸ ਪੁਲਿਸ ਸਿਰਫ ਲਿਖਦੀ ਹੈ, ਬਾਕੀਆਂ ਬਾਰੇ ਉਹ ਕਹਿੰਦੇ ਜੀ ਸਰੀਰ ਨਹੀਂ ਮਿਲੇ, ਬੋਡੀਜ਼ ਨਹੀਂ ਮਿਲੀਆਂ, ਤੇ ਰੇਪ ਬਾਰੇ ਉਹ ਕੰਪਲੇਂਟ ਲੌਜ ਕਰਨ ਤੋਂ ਇਨਕਾਰ ਕਰ ਦਿੰਦੇ ਨੇ। ਕੇਸ ਬੰਦ ਕਰ ਦਿੱਤਾ ਜਾਂਦਾ, ਲੈਕ ਆਫ ਐਵੀਡੈਂਸ, ਕੇਸ ਕਲੋਜ਼ਡ, ਮਾਮਲਾ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਕੁਝ NGOs, ਤੁਹਾਨੂੰ ਪਤਾ ਇਹੋ ਜਿਹੇ ਬੜੇ ਮਾੜੇ ਲੋਕ ਨੇ ਜਿਹੜੇ ਵਿੱਚ ਟਪਕ ਪੈਂਦੇ ਨੇ, ਟੀਸਟਾ ਸੀਤਲਵਾੜ ਵਰਗੇ। ਹੁਣ ਹਕੂਮਤ ਸਿੱਧਿਆਂ ਕਰ ਰਹੀ ਹੌਲੀ ਹੌਲੀ ਸਾਰਿਆਂ ਨੂੰ, ਉਹ ਦੁਬਾਰਾ ਗੁਜਰਾਤ ਗਵਰਨਮੈਂਟ ਕੋਲ ਜਾਂਦੇ ਨੇ ਕਿ ਜੀ ਰੀਓਪਨ ਕਰੋ ਕੇਸ ਨੂੰ। ਫਿਰ ਇਨਵੈਸਟੀਗੇਸ਼ਨ ਸਟਾਰਟ ਹੁੰਦੀ, ਵੈਰੀ ਇੰਟਰਸਟਿੰਗ। ਕਿਸੇ ਔਰਤ ਦਾ ਬਲਾਤਕਾਰ ਹੋਇਆ, ਉਹਦੇ ਪਰਿਵਾਰ ਦੇ ਜੀ ਕੋ ਕੇ ਮਾਰੇ ਗਏ ਨੇ, ਉਹਦੀ 3 ਸਾਲ ਦੀ ਬੱਚੀ ਨੂੰ ਜ਼ਮੀਨ ਤੇ ਪਟਕ ਕੇ ਮਾਰ ਦਿੱਤਾ ਜਾਂਦਾ ਹੈ। ਉਹ ਕਹਿੰਦੇ ਨੇ ਕਦੋਂ ਐਸੀ ਰਾਤ ਨੂੰ। ਫਿਰ ਰਾਤ ਨੂੰ ਔਰਤ ਦੇ ਘਰ ਆਉਂਦੇ ਨੇ ਤੇ ਕਹਿੰਦੇ ਨੇ ਹੁਣੇ ਤੁਹਾਨੂੰ ਉਸ ਘਟਨਾ ਸਥਲ ਤੇ ਲੈ ਕੇ ਜਾਣਾ ਤੇ ਹੁਣੇ ਇਨਵੈਸਟੀਗੇਟ ਕਰਨਾ, ਤੇ ਅੱਧੀ ਰਾਤ ਨੂੰ ਜਾ ਕੇ ਤੁਹਾਡੇ ਤੋਂ ਪੁੱਛਣਾ ਕਿ ਇੱਥੇ ਖੜ ਕੇ ਡਿਸਕ੍ਰਾਈਬ ਕਰੋ ਤੁਹਾਡੇ ਨਾਲ ਰੇਪ ਕਿੱਦਾਂ ਹੋਇਆ ਸੀ, ਤੇ ਤੁਹਾਡੀ ਬੱਚੀ ਨੂੰ ਕਿੱਥੇ ਐਗਜ਼ੈਕਟਲੀ ਮਾਰਿਆ ਜਾ ਰਿਹਾ ਸੀ ਤੇ ਕਿੰਨੀ ਵਾਰੀ ਮਾਰਿਆ ਜਾ ਰਿਹਾ ਸੀ। ਇਹ ਇਨਵੈਸਟੀਗੇਸ਼ਨ ਹੋ ਰਹੀ ਹੈ। ਫਿਰ ਦਸੰਬਰ 2003 ਵਿੱਚ ਸੁਪਰੀਮ ਕੋਰਟ ਰੀਓਪਨ ਕਰਦੀ ਹੈ ਦੁਬਾਰਾ ਕੇਸ ਨੂੰ, ਕਿਉਂਕਿ ਫਿਰ ਅੱਗੇ ਕੁਝ ਨਹੀਂ ਚੱਲਦਾ। ਫਿਰ 2004 ਚ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਹੁੰਦਾ ਹੈ। ਅੰਤ ਕੇਸ ਮੁੰਬਈ ਚਲਾ ਜਾਂਦਾ ਹੈ। 2008 ਦੇ ਵਿੱਚ ਜਾ ਕੇ 20 ਦੇ ਵਿੱਚੋਂ 13 ਕਨਵਿਕਟ ਹੁੰਦੇ ਨੇ, ਇੱਕ ਦੀ ਵਿੱਚੋਂ ਡੈਥ ਹੋ ਚੁੱਕੀ ਹੁੰਦੀ ਹੈ, ਤੇ 11 ਨੂੰ ਲਾਈਫ ਸੈਂਟੈਂਸ ਮਿਲਦਾ ਹੈ। ਉਸ ਤੋਂ ਬਾਅਦ ਬੜਾ ਵਿਚਕਾਰ ਦੀ ਕਹਾਣੀ ਬੜੀ ਇੰਟਰਸਟਿੰਗ ਹੈ ਕਿ ਇਹ ਫਿਰ ਇਹ ਕਿੱਦਾਂ ਫੜੇਗੀ। ਜਦੋਂ ਸਾਰੀ ਸਟੇਟ ਜ਼ੋਰ ਲਾ ਰਹੀ ਸੀ, ਉਹ ਕਹਿੰਦੇ ਨੇ ਕਿ ਪੋਸਟਮਾਰਟਮ, CBI ਕਹਿੰਦੀ ਹੈ ਕਿ ਪੋਸਟਮਾਰਟਮ ਇਸ ਲਈ ਕੀਤਾ ਗਿਆ ਤਾਂ ਕਿ ਨਿਸ਼ਾਨ ਮਿਟਾਏ ਜਾ ਸਕਣ, ਤੇ ਉਹਨਾਂ ਨੂੰ ਉਹ ਸਰੀਰ ਚਾਹੀਦੇ ਸਨ, ਮੁਸਲਮਾਨ ਸਨ, ਇਸ ਕਰਕੇ ਦਫਨਾਏ ਸੀ, ਇਸ ਕਰਕੇ ਬਾਡੀਜ਼ ਨੂੰ ਕੱਢਣਾ ਪੋਸੀਬਲ ਸੀ। ਬਾਡੀਜ਼ ਕੱਢੀਆਂ ਤਾਂ ਪਤਾ ਚੱਲਾ ਖੋਪੜੀਆਂ ਨਹੀਂ ਹਨ, ਇਹ ਬਿਨਾਂ ਖੋਪੜੀਆਂ ਵਾਲੀਆਂ, ਬਿਨਾਂ ਸਿਰਾਂ ਵਾਲੀਆਂ ਬਾਡੀਜ਼ ਸਨ। ਖੋਪੜੀਆਂ ਉਤਾਰ ਦਿੱਤੀਆਂ ਗਈਆਂ ਸਨ, ਸਮੈਸ਼ ਕਰ ਦਿੱਤੀਆਂ ਗਈਆਂ ਸਨ ਤਾਂ ਕਿ ਪਹਿਚਾਨ ਨਾ ਹੋ ਸਕੇ। ਇਹ ਸਭ CBI ਦੀ ਰਿਪੋਰਟ ਦੇ ਵਿੱਚ ਹੈ। Heads of the corpses had been smeared after the autopsy. ਸੋ ਖੋਪੜੀਆਂ ਪੋਸਟਮਾਰਟਮ ਕਰਨ ਵਾਲਿਆਂ ਨੇ ਹਟਵਾ ਦਿੱਤੀਆਂ। ਮੇਰਾ ਸਵਾਲ ਇਹ ਹੈ ਕਿ ਇਹ ਸਾਰੀ ਜਿਹੜੀ ਬਹਿਸ ਹੈ ਇਹ ਉਹਦੇ ਬਾਰੇ ਹੋ ਰਹੀ ਹੈ ਕਿ ਬਿਲਕਿਸ ਬਾਨੋ ਨਾਲ ਰੇਪ ਕਰਨ ਵਾਲਿਆਂ ਨੂੰ ਤੇ ਉਹਦੇ ਪਰਿਵਾਰ ਦੇ ਜੀਆਂ ਨੂੰ ਕਤਲ ਕਰਨ ਵਾਲਿਆਂ ਨੂੰ ਛੱਡਿਆ ਕਿਉਂ ਜਾ ਰਿਹਾ। ਦਿਸ ਇਜ਼ ਦਾ ਸਟੇਟ ਇਨ ਫੰਕਸ਼ਨ। ਇਹ ਤਾਂ ਨਿਜ਼ਾਮ ਕਾਰਵਾਈ ਕਰ ਰਿਹਾ ਹੈ। ਇਹ ਸਾਰੇ ਨਿਜ਼ਾਮ ਦੀ ਤਾਂ ਜੇ ਗੱਲ ਹੀ ਨਹੀਂ ਹੋ ਰਹੀ। ਉਹ ਆਟੋਪਸੀ ਕਰਨ ਵਾਲੇ, ਉਹ ਪੋਸਟਮਾਰਟਮ ਵਾਲੇ, ਉਹ ਜਿਹੜੇ ਘਰ ਦੇ ਵਿੱਚ ਜਾ ਕੇ ਇਨਵੈਸਟੀਗੇਟ ਕਰ ਰਹੇ ਸੀ, ਉਹ ਜਿਹੜੇ ਬਾਰ-ਬਾਰ ਉਹਦਾ ਬਿਆਨ ਨਹੀਂ ਲਿਖ ਰਹੇ ਸਨ, ਉਹ ਹੈੱਡ ਕਾਂਸਟੇਬਲ ਜਿਹੜਾ ਪਹਿਲੇ ਦਿਨ ਲਿਮ ਖੜਿਆ ਤਾਂ ਪੁਲਿਸ ਥਾਣੇ ਦੇ ਵਿੱਚ ਉਹਦੀ ਕੰਪਲੇਂਟ ਨਹੀਂ ਲਿਖਦਾ, ਉਹ ਸਭ ਤਾਂ ਹੁਣ ਵੀ ਜਗ੍ਹਾ ਦੇ ਉੱਤੇ ਉਹੀ ਲਿਮ ਖੇੜਾ, ਉਹੀ ਹੈੱਡ ਕਾਂਸਟੇਬਲ ਬੈਠਾ ਹੋਇਆ, ਉਂਝ ਹੀ ਕੰਪਲੇਂਟ ਨਹੀਂ ਲਿਖੀ ਜਾ ਰਹੀ। ਇਹ ਸਾਡਾ ਰੋਲਾ ਵੀ ਬੜਾ ਆਰਟੀਫੀਸ਼ੀਅਲ ਜਾਂ ਨਹੀਂ ਕਿ ਅਸੀਂ ਬਿਲਕਿਸ ਬਾਨੋ ਦੀ ਗੱਲ ਕਰ ਰਹੇ ਹਾਂ ਜਾਂ ਕੀ ਬਿਲਕਿਸ ਬਾਨੋ ਸਾਡੀਆਂ ਅੱਖਾਂ ਖੋਲਣ ਲਈ ਮੇਬੀ ਉਹ 3 ਸਾਲ ਦੀ ਬੱਚੀ ਇਸ ਲਈ ਗਈ। ਹੁਣ ਉਸ 3 ਸਾਲ ਦੀ ਬੱਚੀ ਚਾਹੀਦੀ ਸਾਨੂੰ। ਉਹ ਮੰਜ਼ਰ ਮੈਂ ਯਾਦ ਕਰਾਂ, ਮੈਂ ਲੋਕਾਂ ਨੂੰ ਕਹਾਂ ਆਪਣੀਆਂ ਅੱਖਾਂ ਬੰਦ ਕਰੋ ਤੇ ਸੋਚੋ ਤਾਂ ਕਿ ਸਾਡੇ ਕਪਾਟ ਖੋਲਣ। ਹਾਊ ਡੂ ਯੂ ਡੀਲ ਵਿਦ ਦਿਸ? ਅੱਜ ਜਿਹੜਾ ਡਿਬੇਟ ਕੋਈ ਦਰਸ਼ਕ ਦੇਖ ਰਿਹਾ, ਉਸ ਤੋਂ ਬਾਅਦ ਕਿਸੇ ਨੇ ਆਪਣਾ ਐਗਜ਼ਾਮ ਦੇਣਾ, ਅਗਲੇ ਦਿਨ ਕਿਸੇ ਦੇ ਘਰ ਸ਼ਾਦੀ ਹੈ, ਕਿਸੇ ਦੇ ਮਾਸੀ ਮਾਂ ਚਾਚੀ ਆ ਰਹੀ ਹੈ, ਉਹ ਆਪਣੀ ਅੱਜ ਦੀ ਸ਼ਾਮ, ਕੱਲ ਦਾ ਦਿਨ, ਆਪਣਾ ਅਗਲਾ ਹਫਤਾ, ਅਗਲਾ ਸਾਲ ਉਹ ਨਾਰਮਲ ਰਹਿ ਸਕਦਾ ਹੈ। ਮੈਂ ਚਾਹੁੰਦਾ ਨਾਰਮਲ ਨਾ ਹੀ ਰਹੇ। ਮੈਂ ਵੀ ਚਾਹੁੰਦਾ ਕਿ ਨਾਰਮਲ ਨਾ ਰਹੇ। ਦੇਸ਼ ਨਾਰਮਲ ਹੈ।
ਹਰੀਸ਼ ਤੁਸੀਂ ਹਰ ਰੋਜ਼ ਉਹਨਾਂ ਅਦਾਲਤਾਂ ਵਿੱਚ ਰਹਿੰਦੇ ਹੋ? ਸਰ ਅਸੀਂ ਉਸੇ ਪ੍ਰੋਸੈਸ ਦੇ ਵਿੱਚ ਕਹਿੰਦੇ ਆ ਨਾ, ਜਦੋਂ ਬੀਇੰਗ ਅ ਵਕੀਲ ਮੇਰੇ ਕੋਲ ਕੋਈ ਇਹੋ ਜਿਹਾ ਕੇਸ ਵੀ ਆ ਜਾਂਦਾ ਹੈ ਤੇ ਸਾਡਾ ਵੀ ਇਹੀ ਤਰੀਕਾ ਹੈਗਾ। ਮੈਂ ਕੀ ਕਰ ਸਕਦਾ ਹਾਂ, ਮਤਲਬ ਆਈ ਐਮ ਸੇਇੰਗ ਕਿ ਬੀਇੰਗ ਵਕੀਲ ਵੀ ਤੁਹਾਨੂੰ ਰੇਪ ਵਿਕਟਿਮ ਦਾ, ਜੇ ਮੈਂ ਕਿਸੇ ਨੂੰ ਡਿਫੈਂਡ ਕਰ ਰਿਹਾ, ਮੈਂ ਰੇਪ ਵਿਕਟਿਮ ਨੂੰ ਵੀ ਇਹੋ ਜਿਹੇ ਸਵਾਲ ਪੁੱਛਾਂਗਾ ਜਿਹੜਾ ਅਲਟੀਮੇਟਲੀ ਉਹਨੂੰ ਐਮਬੈਰਸ ਕਰੇਗਾ। ਇਹ ਲਾਅ ਪ੍ਰਕਿਰਿਆ ਦਾ ਪਾਰਟ ਹੈ ਜਿਹੜਾ ਮੈਂ ਐਡਮਿਟ ਕਰ ਰਿਹਾ ਇਸ ਵੇਲੇ ਕਿ ਮੈਂ ਵੀ ਇਦਾਂ ਹੀ ਕਰਾਂਗਾ। ਸਾਡੀ ਲਾਅ ਪ੍ਰਕਿਰਿਆ ਇਸ ਤਰ੍ਹਾਂ ਬਣੀ ਹੋਈ ਹੈ, ਲਾਅ ਪ੍ਰਕਿਰਿਆ ਇਸ ਤਰੀਕੇ ਨਾਲ ਬਣੀ ਹੋਈ ਹੈ। ਇਹਨੂੰ ਕਹਿੰਦੇ ਡਿਗਨਿਟੀ ਐਟ ਟ੍ਰਾਇਲ। ਇਸ ਦੇ ਉੱਤੇ ਬਹੁਤ ਤਗੜੀ ਰਿਪੋਰਟ ਬਣੀ ਸੀ। ਬੇਸਿਕਲੀ ਚੁੱਪਦਾ ਵੀ ਇਸੇ ਲਈ ਹੈ ਕਿ ਆਫਟਰ ਥਰੂ ਆਊਟ ਦਿਸ ਕਾਈਂਡ ਆਫ ਪ੍ਰੋਸੈਸ ਉਹ ਫਾਈਨਲੀ ਇੱਕ ਜਸਟਿਸ ਮਿਲਦਾ, ਠੀਕ ਹੈ। ਉਸ ਤੋਂ ਬਾਅਦ ਉਹ ਜਸਟਿਸ ਜਿਹੜਾ ਹੈਗਾ ਉਹ ਇਸ ਰੂਪ ਦੇ ਵਿੱਚ ਜਿਹੜਾ ਜਿੰਨਾ ਮਤਲਬ ਸਾਡੇ ਸਾਹਮਣੇ ਆ ਕੇ ਡਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ। ਬੇਸਿਕਲੀ ਕੁਐਸਚਨ ਇਜ਼ ਦਿਸ ਕਿ ਜਦੋਂ ਅਸੀਂ ਐਵੇਂ ਦੀਆਂ ਘਿਨੌਣੀਆਂ ਪ੍ਰੋਸੈਸ ਦੇ ਥਰੂ ਹੋ ਕੇ ਫਾਈਨਲੀ ਲੜ ਕੇ, ਸਦੀਆਂ ਤੋਂ ਪਹਿਲਾਂ ਅਸੀਂ ਲੜ ਨਹੀਂ ਰਹੇ ਸੀ ਪਰ ਅੱਜ ਅਸੀਂ ਲੜਨ ਦੀ ਥੋੜੀ ਹਿੰਮਤ ਦਿਖਾ ਰਹੇ ਹਾਂ, ਖਾਸ ਕਰ ਐਜ਼ ਅ ਔਮਨ ਆਮ ਸੇਇੰਗ ਦਿਸ। ਉਹ ਕਿਹੜੀ ਮਿੱਟੀ ਦੀ ਬਣੀ ਹੋਈ ਹੈ? ਹਾਂ, ਕਿਹੜੀ ਮਿੱਟੀ ਦੀ ਬਣੀ ਹੈ ਬਿਲਕਿਸ ਬਾਨੋ, ਜਿਹੜੀ ਇਹ ਸਰਬ ਦੇ ਵਿੱਚੋਂ ਲੰਘ ਕੇ ਲੜ ਰਹੀ ਹੈ ਕਿ ਮੈਨੂੰ ਇਨਸਾਫ ਚਾਹੀਦਾ। ਮਤਲਬ ਸਾਡਾ ਕੰਸਰਨ ਸਿਰਫ ਇਹ ਹੈ ਕਿ ਆਉਣ ਵਾਲੀਆਂ ਨਸਲਾਂ ਨੂੰ ਪਹਿਲਾਂ ਅਸੀਂ ਇਹ ਕਹਿੰਦੇ ਸੀ ਕਿ ਉੱਠੋ ਲੜੋ, ਯੂ ਵਿਲ ਗੈਟ ਅ ਜਸਟਿਸ। ਤੁਸੀਂ ਆਪਰੇਸ਼ਨ ਦੇ ਖਿਲਾਫ ਖੜੇ ਹੋਵੋਗੀਆਂ ਤਾਂ ਅਗਲੀਆਂ ਆਉਣ ਵਾਲੀਆਂ ਨਸਲਾਂ ਹੋਰ ਜ਼ਿਆਦਾ ਆਜ਼ਾਦ ਹੋਣਗੀਆਂ। ਬਿਲਕਿਸ ਬਾਨੋ ਵੱਲ ਦੇਖਣਗੀਆਂ ਤੇ ਕਹਿਣਗੀਆਂ ਕਾਹਦੇ ਲਈ। ਜਦੋਂ ਅਸੀਂ ਹੁਣ ਬਿਲਕਿਸ ਬਾਨੋ ਵੱਲ ਦੇਖਦੇ ਹਾਂ ਤਾਂ ਇੱਕ ਨਿਰਾਸ਼ਾ ਦਾ ਦੌਰ ਸਾਨੂੰ ਸਾਡੇ ਸਾਹਮਣੇ ਦਿਖਾਈ ਦਿੰਦਾ ਹੈ। ਮੈਨੂੰ ਲੱਗਦਾ ਕਿ ਤਾਂ ਹੀ ਅੱਜ ਇਸ ਕੇਸ ਤੇ ਡਿਸਕਸ਼ਨ ਕਰਨ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਆਉਣ ਵਾਲੇ ਜਿਹੜੀਆਂ ਕੁੜੀਆਂ ਘਰਾਂ ਦੇ ਅੰਦਰ ਪੜ ਰਹੀਆਂ ਉਹਨਾਂ ਨੂੰ ਲੱਗਦਾ ਕਿ ਪੜ ਕੇ ਉਹ ਆਜ਼ਾਦੀ ਵੱਲ ਮੂਵ ਕਰਨਗੀਆਂ, ਆਪਦੇ ਆਪ ਨੂੰ ਇੱਕ ਇੰਡੀਪੈਂਡੈਂਟ ਸ਼ਖਸ ਬਣਾਉਣਗੀਆਂ। ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਸਮਾਜ ਇੰਨਾ ਡਰ ਭਰਿਆ ਹੈਗਾ, ਇੰਨਾ ਘਿਨੌਣਾ ਹੈਗਾ, ਤਾਂ ਹਰ ਕੋਈ ਉਹ ਚਾਰ ਦੀਵਾਰੀ 'ਚ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ। ਮੈਨੂੰ ਲੱਗਦਾ ਵੀ ਆਰ ਬੈਕ ਟੂ ਮਤਲਬ ਵਨ ਸਟੈਪ ਬੈਕ ਫਰਮ ਆਰ ਆਪਣੀ ਸੌਰੀ ਮੈਂ ਤੁਹਾਡੀ ਗੱਲ ਕਰਦੀ ਹਾਂ। ਆਪਣੀ ਲਾਸਟ ਡਿਬੇਟ ਹੋਈ ਸੀ ਮੈਰਿਟਲ ਰੇਪ ਦੇ ਉੱਤੇ। ਮੈਂ ਉਹਨੂੰ ਯਾਦ ਕਰ ਰਹੀ ਹਾਂ ਕਿ ਅਸੀਂ ਇੱਕ ਸਮਾਜ ਦੇ ਨਾਤੇ ਕਿੰਨਾ ਪ੍ਰਿਵਿਲੇਜਡ ਤੇ ਨਾਨ ਪ੍ਰਿਵਿਲੇਜਡ ਚੀਜ਼ਾਂ ਦੇ ਵਿੱਚ ਵੰਡੇ ਹੋਏ ਹਾਂ। ਅਸੀਂ ਕਹੇ ਜਿਹੇ ਸਮਾਜ ਦੀ ਕਲਪਨਾ ਕਰਦੇ ਹਾਂ ਤੇ ਰਿਐਲਿਟੀ ਦੇ ਵਿੱਚ ਅਸੀਂ ਕਹੇ ਜਿਹੇ ਸਮਾਜ ਦੇ ਵਿੱਚ ਰਹਿ ਰਹੇ ਹਾਂ। ਦੇਖੋ, ਦੋ ਚੀਜ਼ਾਂ ਨੇ, ਇੱਕ ਤਾਂ ਸਪੈਕਟੇਟਰ ਹੈ ਤੇ ਇੱਕ ਪਰਪੈਟਰੇਟਰ ਹੈ। ਇੱਕ ਉਹ ਤੇ ਹੈ ਜਿਸਨੇ ਰੇਪ ਕੀਤਾ, ਉਹ ਤੇ ਮਾੜਾ ਤੇ ਉਹਦੇ ਤੇ ਕੋਈ ਕੰਟੈਸਟ ਨਹੀਂ ਹੈ। ਉਸ ਤੋਂ ਬਾਅਦ ਦੀ ਜਿਹੜੀ ਚੁੱਪੀ ਹੈ, ਜਦੋਂ ਇੰਨੇ ਸਾਲ ਉਹ ਲੜਦੀ ਰਹਿੰਦੀ, ਤਾਂ ਰੱਬ ਜਾਣੇ ਕਿਸ ਮਿੱਟੀ ਦੀ ਉਹ ਬਣੀ ਹੈ ਜਿਹੜੀ ਉਹ ਲੜਦੀ ਰਹੀ। ਉਸ ਤੋਂ ਬਾਅਦ ਦੀ ਜਿਹੜੀ ਚੁੱਪ ਹੈ, ਜਿਹੜੀ ਇਹ ਸਾਇਲੈਂਸ ਹੈ, ਇਹ ਤਾਂ ਕਲੈਕਟਿਵ ਪਾਰਟਿਸਿਪੇਸ਼ਨ ਨਹੀਂ ਹੈ। ਫਿਰ ਇਹ ਮੈਨੂੰ ਪਰਪੈਟਰੇਟਰ ਨਹੀਂ ਬਣਾਉਂਦੀ। ਇਸ ਦਾ ਕੋਈ ਕਿਰਦਾਰ ਸਾਡੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਸੀ। ਇਹ ਜਿਹੜੇ ਸਾਡੇ ਕਿਰਦਾਰ ਇਸ ਲਈ ਬਾਹਰ ਨੇ ਨਾ ਕਿਉਂਕਿ ਅਸੀਂ ਆਪਣੇ ਘਰਾਂ 'ਚ ਗੱਲ ਕਦ ਕੀਤੀ ਕਿ ਕ੍ਰਾਈਮ ਨਹੀਂ, ਕ੍ਰਾਈਮ ਨੂੰ ਅਸੀਂ ਡਿਫਾਈਨ ਕਦੋਂ ਕੀਤਾ? ਠੀਕ ਹੈ, ਬਿਲਕੁਲ ਬਣਾਉਂਦਾ। ਅਸੀਂ ਆਪਣੇ ਘਰਾਂ 'ਚ ਐਸਪੀਜੀ ਜੋ ਵੀ ਕ੍ਰਾਈਮ ਹੈ, ਕ੍ਰਾਈਮ ਅਗੇਂਸਟ ਵਿਮਨ, ਕ੍ਰਾਈਮ ਅਗੇਂਸਟ ਦਲਿਤ, ਕ੍ਰਾਈਮ ਅਗੇਂਸਟ ਮਾਈਨੋਰਿਟੀਜ਼, ਅਸੀਂ ਇਹਨਾਂ ਤੇ ਗੱਲ ਕਦ ਕੀਤੀ? ਅਸੀਂ ਕਦੋਂ ਆਪਣੇ ਹੁਣ ਵੀ ਤੁਸੀਂ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਜੋ ਮੇਲ ਨੇ, ਉਹਨਾਂ ਮੇਲਸ ਦੀ ਕਹਾਣੀ ਸਾਨੂੰ ਸਕਰੀਨ ਤੇ ਦਿਖਦੀ ਹੈ, ਪਰ ਉਹਨਾਂ ਦੀਆਂ ਫੀਮੇਲਸ ਦੀ ਕਹਾਣੀ, ਜੇ ਉਹਨਾਂ ਨੂੰ ਸਜ਼ਾ ਹੋਈ ਹੈ ਤਾਂ ਉਹਨਾਂ ਦੀਆਂ ਭੈਣਾਂ ਤੇ ਮਾਵਾਂ ਤੇ ਪਤਨੀਆਂ ਤੇ ਕਾਤਲਾਂ ਦੇ ਘਰ ਵੀ ਵਿਮਨ ਨੇ, ਤਾਂ ਉਹਨਾਂ ਦੇ ਬੱਚਿਆਂ ਤੇ ਉਹਨਾਂ ਤੇ ਕੀ ਵਾਪਰਿਆ ਹੋਊਗਾ? ਉਹ ਵੀ ਇਨਸਾਨ, ਸਾਡੀ ਆਂਡੇ ਗੁਆਂਢੀ ਨੇ ਉਹ। ਹੁਣ ਉਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਉਹ ਛੁੱਟ ਕੇ ਆ ਗਏ ਨੇ, ਕਿ ਤੁਸੀਂ ਇਸ ਯਕੀਨ ਨਾਲ ਕਹਿ ਸਕਦੇ ਹੋ ਕਿ ਉਹਨਾਂ 11 ਇਨਸਾਨਾਂ ਨਾਲ ਐਸੋਸੀਏਟਡ ਸਾਰੀਆਂ ਵਿਮਨ ਅੰਦਰੋਂ ਇਸ ਗੱਲ ਤੇ ਰਿਲੈਕਸ ਹੋਣਗੀਆਂ ਕਿ ਚੰਗਾ ਹੋਇਆ ਆ ਗਏ? ਕਿ ਕੋਈ ਵੀ ਉਹਨਾਂ 11 ਦੇ ਦੂਰ ਤੱਕ ਕੋਈ ਮਾਮੀ, ਕੋਈ ਮਾਸੀ, ਕੋਈ ਚਾਚੀ, ਤਾਈ, ਫੂਫੀ, ਕੋਈ ਬਜ਼ੁਰਗ, ਕੋਈ ਨਵੀਂ ਜੰਮੀ ਕੁੜੀ ਜਿਹੜੀ ਸ਼ਾਇਦ ਮੇਰੇ ਵਾਂਗੂ ਹੀ ਕਿਸੇ ਵਿਸ਼ਵ ਵਿਦਿਆਲੇ 'ਚ ਪੜ੍ਹ ਰਹੀ ਹੋਵੇ, ਕਿ ਅੰਦਰ ਕਿਤੇ ਉਹਦਾ ਕੁਝ ਚੀਰਿਆ ਨਹੀਂ ਜਾ ਰਿਹਾ ਹੋਊਗਾ, ਜਿਹਨੂੰ ਲੱਗਦਾ ਹੋਊ ਕਿ ਇਹ ਬੰਦੇ ਬਾਹਰ ਨੇ। ਉਹਨਾਂ ਦੀ ਕਹਾਣੀ ਅਸੀਂ ਨਹੀਂ ਕਹਿ ਰਹੇ, ਸਾਨੂੰ ਪਤਾ ਨਹੀਂ, ਅਸੀਂ ਬਹੁਤ ਹੀ ਮਤਲਬ ਬਲੈਕ ਐਂਡ ਵਾਈਟ ਚੀਜ਼ਾਂ ਨੂੰ ਦੇਖਦੇ ਹਾਂ ਕਿਉਂਕਿ ਇਹ ਕ੍ਰਿਮੀਨਲ ਨੇ, ਇਹਨਾਂ ਨੂੰ ਇਸ ਤਰ੍ਹਾਂ ਪੁੱਟ ਕਰੋ। ਦੇਖ ਰਹੇ ਹੋ ਸਰਬਜੀਤ, ਇਹ ਨੇਸ਼ਨ ਬਿਲਡਿੰਗ ਦਾ ਪ੍ਰੋਜੈਕਟ ਬੜਾ ਬਲੱਡੀ ਪ੍ਰੋਜੈਕਟ ਹੁੰਦਾ। ਦੇਸ਼ ਬਣਦੇ ਨੇ, ਸਰਹੱਦਾਂ ਬਣਦੀਆਂ ਨੇ, ਇਹਨਾਂ ਤੇ ਖੂਨ ਡੁੱਲਦਾ। ਜਦੋਂ ਖੂਨ ਡੁੱਲਦਾ, ਬੰਦੇ ਮਾਰੇ ਜਾਂਦੇ ਨੇ ਤੇ ਔਰਤਾਂ ਵੀ ਰੇਪ ਹੁੰਦੀਆਂ ਨੇ। ਇਹ ਸਾਡੇ ਕੋਲ ਇੱਕ ਕਹਾਣੀ ਹੈ। ਐਂਟਨੀ ਬੀਵਰ ਬੜਾ ਫੇਮਸ ਬ੍ਰਿਟਿਸ਼ ਵਾਰ ਹਿਸਟੋਰੀਅਨ ਹੈ, ਉਹਨੇ ਪੂਰਾ ਸਾਰਾ ਕ੍ਰੋਨਿਕਲ ਕੀਤੀਆਂ ਨੇ ਕਿ ਜਿਸ ਵੇਲੇ ਰਸ਼ੀਅਨ ਆਰਮੀਜ਼ ਐਂਟਰ ਕੀਤੀਆਂ ਨੇ ਸਟਾਲਿਨ ਦੇ ਵੇਲੇ ਵੀ, ਤਾਂ ਕਿੰਨੇ ਉਹਨਾਂ ਨੇ ਜਰਮਨ ਜਿਹੜੇ ਆਕੂਪਾਈਡ ਟੈਰੀਟਰੀ ਜਿਹੜਾ ਬਰਲਿਨ ਵਾਲਾ ਇਹਨਾਂ ਦਾ ਹਿੱਸਾ ਸੀ, ਉਹਦੇ 'ਚ ਕਿੰਨੇ ਲੱਖ ਜਿਹੜੇ ਔਰਤਾਂ ਨੇ ਉਹ ਰੇਪ ਕੀਤੀਆਂ ਗਈਆਂ ਨੇ। ਇਹ ਸਾਡੀ ਨੋਬਲ ਪ੍ਰਾਈਜ਼ ਵਿਨਰ ਹੈ 2015 ਦੀ ਸਵੇਤਲਾਨਾ ਅਲੈਕਜ਼ਾਏਵਿਚ। ਉਹਨੇ ਵਰਲਡ ਵਾਰ 2 ਦੀਆਂ ਜਿਹੜੀਆਂ ਓਰਲ ਹਿਸਟਰੀਜ਼ ਨੇ ਉਹਨਾਂ ਨੂੰ ਰਿਕਾਰਡ ਕੀਤਾ। ਉਹ ਬੇਸਿਕਲੀ ਔਰਤਾਂ ਦੀਆਂ ਕਹਾਣੀਆਂ ਨੇ।
ਉਹਦੇ 'ਚੋਂ ਆਰਮੀ ਅਫਸਰਾਂ ਨੂੰ, ਆਰਮੀ ਦੇ ਜਵਾਨ ਬੱਚਿਆਂ ਨੂੰ ਇੰਟਰਵਿਊ ਕੀਤਾ ਉਹਨੇ, ਔਰ ਇਟਸ ਕਾਈਂਡ ਆਫ ਡਾਕੂਮੈਂਟੇਸ਼ਨ, ਕਨਫੈਸ਼ਨ ਆ ਉਹਦੇ 'ਚੋਂ ਕਹਿੰਦਾ ਜੀ ਅਸੀਂ ਯੰਗ ਸੀਗੇ, ਸਟਰੋਂਗ ਸੀ, ਨੌਜਵਾਨ ਸੀ, 17 ਸਾਲ ਦੀ ਉਮਰ 'ਚ ਆਰਮੀ 'ਚ ਚਲੇ ਗਏ, 6 ਸਾਲ ਤੋਂ ਲੜ ਰਹੇ ਸੀ, ਔਰਤ ਨੂੰ ਕਦੀ ਨੇੜਿਓਂ ਦੇਖਿਆ ਨਹੀਂ ਸੀ। ਅਸੀਂ ਫਿਰ ਪਿੰਡ ਜਾਂਦੇ ਸੀ, ਜਿਹੜੀ ਨੌਜਵਾਨ ਕੋਈ ਕੁੜੀ ਕੋਈ 14 ਸਾਲਾਂ ਦੀ, ਕੋਈ 15 ਦੀ, ਕੋਈ 17 ਦੀ ਫੜ ਕੇ ਲੈ ਆਉਂਦੇ ਸੀ, ਜੇ ਉਹ ਜ਼ਿਆਦਾ ਰੌਲਾ ਪਾਉਂਦੀ ਸੀ ਤਾਂ ਉਹਦੇ ਮੂੰਹ 'ਚ ਕੱਪੜਾ ਤੁੰਨ ਦਿੰਦੇ ਸੀ, ਉਸ ਨੂੰ ਅਸੀਂ ਰੇਪ ਕਰਦੇ ਸੀ। ਇਸ ਤਰੀਕੇ ਅਸੀਂ ਜ਼ਿੰਦਗੀ ਗੁਜ਼ਾਰਦੇ ਸੀ। ਇੰਨੇ ਸਾਲਾਂ ਬਾਅਦ ਉਹ ਕਹਿ ਰਿਹਾ ਕਿ ਮੈਂ ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤੇ ਮੈਨੂੰ ਇਹ ਯਾਦ ਹੈ ਕਿ ਮੇਰੇ ਮਨ 'ਤੇ ਕਦੀ ਇਹ ਬੋਝ ਨਹੀਂ ਪਿਆ ਕਿ ਮੈਂ ਕੋਈ ਮਾੜਾ ਕੰਮ ਕਰ ਰਿਹਾ ਸੀ। ਉਹ ਸਭ ਉਸ ਵੇਲੇ ਨਾਰਮਲ ਲੱਗ ਰਿਹਾ ਸੀ, ਉਸ ਦਾ ਹਿੱਸਾ ਲੱਗ ਰਿਹਾ ਸੀ। ਸੈਂਕੜੇ ਕਹਾਣੀਆਂ ਨਾਲ ਉਹਦੀ ਕਿਤਾਬਾਂ ਭਰੀਆਂ ਹੋਈਆਂ ਨੇ। ਇਹ ਰੇਪ ਰਵਾਂਡਾ ਨੇ ਦੇਖਿਆ ਸਾਡੇ ਸਾਹਮਣੇ, ਬਰਲਿਨ ਸ਼ਹਿਰ ਦੇ ਵਿੱਚ ਕਹਿੰਦੇ ਨੇ 5 ਲੱਖ ਵਿਮਨ ਹੈਗੀਆਂ ਨੇ ਜਿਹੜੀਆਂ ਰੇਪ ਹੋਈਆਂ। ਮਤਲਬ ਇਹ ਹਾਈਲੀ ਕ੍ਰੋਨਿਕਲਡ ਨੇ। ਬੋਸਨੀਅਨ ਸਰਬਸ ਉੱਥੇ ਰੇਪ ਕਰਦੇ ਰਹੇ ਨੇ ਵਿਮਨ ਨੂੰ, ਇਹ ਸੋਚ ਕੇ ਕਿ ਸਰਬ ਬੱਚੇ ਪੈਦਾ ਹੋਣ। ਸਰ ਇਹ ਸਾਰੇ ਰੌਲੇ ਵਿੱਚ ਅਜੇ 11 ਬੰਦਿਆਂ ਦਾ ਨਹੀਂ ਪੁੱਛਿਆ ਆਪਾਂ ਨਾ ਕਿ ਉਹਨਾਂ ਦੀ ਰਿਫਾਰਮੇਸ਼ਨ ਜਾਂ ਉਹਨਾਂ ਦੇ ਆਤਮਾ ਕੀ ਕਹਿ ਰਹੀ ਹੈ ਕਿ ਅਸੀਂ ਕੀ ਕੀਤਾ ਹੈ। ਜਿਵੇਂ ਸਰਬਜੀਤ ਕਹਿੰਦੇ ਕਿ ਜਦੋਂ ਉਹਨਾਂ ਦੇ ਉਹ ਬਹੁਤ ਦੂਰ ਚਿਹਰੇ ਤੋਂ ਲੱਗਦਾ ਨਹੀਂ ਕਿ ਅਸੀਂ ਆਪਣੇ ਆਪ ਨਾਲ ਹੀ ਗੱਲ ਨਹੀਂ ਕਰ ਰਹੇ, ਕੋਈ ਅਸੀਂ ਆਪਣੇ ਆਪ ਨਾਲ ਹੀ ਗੱਲ ਨਹੀਂ ਕਰ ਰਹੇ। ਕਿਸੇ ਤਰ੍ਹਾਂ ਗਿਲਟ ਸਾਡੀ ਬਾਡੀ ਦਾ ਪਾਰਟ ਹੁੰਦਾ, ਸਾਡੀ ਕਨਸਾਈਂਸ ਦਾ ਪਾਰਟ ਹੁੰਦਾ, ਸਾਡੀ ਯਾਦਾਸ਼ਤ ਦਾ ਪਾਰਟ ਹੁੰਦਾ। ਦੀ ਕੌਨਸ਼ੀਅਸਨੈਸ ਦੀ ਬਿਲਡਿੰਗ ਜਿਹੜੀ ਕੇਸਿਸ ਵੀ ਗਿਣਾਏ ਨੇ। ਬੇਸਿਕਲੀ ਸਾਨੂੰ ਜਿਹੜਾ ਖਾਸ ਕਰ ਚਾਹੇ ਉਹ ਆਪਾਂ ਕਿਸੇ ਤੇ ਕੀ ਕਹਿੰਦੇ ਕਬਜ਼ਾ ਲੈਣਾ ਹੋਵੇ, ਕਿਸੇ ਤੇ ਆਪਾਂ ਉਵੇਂ ਚੜ੍ਹਾਈ ਕਰਨੀ ਹੋਵੇ, ਕਿਤੇ ਵੀ ਆ ਉਹ ਸੰਸਾਰ ਦੇ ਵਿੱਚ, ਬੇਸਿਕਲੀ ਸਾਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਕਿਸੇ ਕੌਮ ਤੇ ਕਬਜ਼ਾ ਲੈਣਾ ਹੈ ਤਾਂ ਦੈਨ ਯੂ ਸ਼ੁੱਡ ਗੋ ਐਂਡ ਰੇਪ ਦ ਵੂਮਨ ਆਫ ਦੈਟ ਕਮਿਊਨਿਟੀ। ਤੁਹਾਨੂੰ ਉਸ ਕੌਮ ਦੀ ਔਰਤਾਂ ਦੇ ਨਾਲ ਧੱਕਾਸ਼ਾਹੀ ਕਰਨੀ ਹੀ ਪਊਗੀ। ਔਰਤ ਦਾ ਸਰੀਰ ਇੱਕ ਰਣ ਖੇਤਰ ਹੈ, ਇਹਦੇ ਤੇ ਜੰਗ ਲੜੀ ਜਾ ਸਕਦੀ ਹੈ, ਇਹਦੇ ਤੇ ਕਬਜ਼ਾ ਜ਼ਰੂਰੀ ਹੈ, ਇਹਨੂੰ ਰੋਂਦੇ ਆ। ਜਦੋਂ ਤੁਸੀਂ ਉਹ ਕਰਦੇ ਹੋ ਤੁਹਾਨੂੰ ਲੱਗਦਾ ਦੂਸਰੀ ਕੌਮ ਤੇ ਅਸੀਂ ਕਾਬਜ ਹੋ ਗਏ। ਉਸੇ ਨੇਸ਼ਨ ਬਿਲਡਿੰਗ ਦੇ ਵਿੱਚ ਐਕਚੁਅਲੀ ਗੁਜਰਾਤ ਦੀ ਚੋਣ ਵੀ ਤਾਂ ਆ ਰਹੀ ਹੈ ਨਾ, ਉਹਨੂੰ ਕਿਵੇਂ ਭੁੱਲਦੇ ਆਪਾਂ। ਜੇ ਮਤਲਬ ਇਫ ਆਈ ਕੈਨ ਇਨਫਰ ਦੈਟ ਇਹ popular Hindu narrative ਦੀ ਸਿਆਸਤ ਹੈ ਤੇ where is Gujarat is no more a geographical entity. No, it is not. Any place can be Gujarat. ਸ਼ਾਸਕ ਸਾਨੂੰ ਕਹਿਣਗੇ ਕਿ ਇਹ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਹੈ, ਪਰ ਲੋਕਾਂ ਨੂੰ ਇਹ ਸੋਚਣਾ ਪੈਣਾ ਕਿ ਨੇਸ਼ਨ ਸਿਰਫ ਜਿਹੜਾ ਹੈਗਾ ਉਹ ਜਿਹੜੀ ਤੁਹਾਨੂੰ ਹੀ ਮੈਂ ਕੋਟ ਕਰਾਂ ਕਿ ਉਹ ਸਿਰਫ ਹੱਦਾਂ ਨਾਲ ਤੇ ਸਰਹੱਦਾਂ ਨਾਲ ਨਹੀਂ ਬਣਦਾ, ਇਨਸਾਨਾਂ ਨਾਲ ਬਣਦਾ, ਚੰਗੇ ਇਨਸਾਨਾਂ ਨਾਲ ਬਣਦਾ। ਸਾਨੂੰ ਕੁਝ ਵੈਲਿਊਜ਼ ਵੀ ਡਿਵੈਲਪ ਅਸੀਂ ਉਸ ਨਿਜ਼ਾਮ ਦੇ ਵਿੱਚ ਰਹੇ ਹਾਂ ਜਿੱਥੇ ਸਾਨੂੰ ਦੱਸਿਆ ਗਿਆ ਕਿ ਕੱਪੜੋਂ ਸੇ ਹੀ ਪਤਾ ਚੱਲ ਜਾता है, वेशभूषा से पता चल जाता है, ਨਾਮਾਂ ਤੋਂ ਵੀ ਤਾਂ ਪਤਾ ਲੱਗ ਜਾਂਦਾ। ਬਹੁਤ ਸਾਰੇ ਨਾਮ ਬੜੇ ਜ਼ੋਰ ਸ਼ੋਰ ਨਾਲ ਲਏ ਜਾਂਦੇ ਨੇ, ਜਿਸ ਵੇਲੇ ਨਾਮ ਦੇ ਨਾਲ ਕੋਈ ਸਰਨੇਮ ਲੱਗਾ ਹੋਵੇ ਤਾਂ ਉਸ ਨੂੰ ਨਾਮ ਪੜ੍ਹ ਦੇਣੇ ਚਾਹੀਦੇ ਨੇ। ਜਸਵੰਤ ਭਾਈ ਨਾਈ, ਗੋਬਿੰਦ ਭਾਈ ਨਾਈ, ਨਰੇਸ਼ ਕੁਮਾਰ ਮੋਰਧੀਆ ਇਹ ਬਿਲਕਿਸ ਦੇ ਬਲਾਤਕਾਰੀ ਨੇ। ਸ਼ੈਲੇਸ਼ ਭੱਟ ਉਹ ਸੱਜਣ ਨੇ ਜਿਨ੍ਹਾਂ ਨੇ ਉਹ ਬੇਟੀ ਨੂੰ ਬਾਰ-ਬਾਰ ਮਾਰ ਰਹੇ ਸੀਗੇ ਜ਼ਮੀਨ ਦੇ ਉੱਤੇ। ਬਾਕੀ ਰਾਧੇ ਸ਼ਾਮ ਸ਼ਾਹ ਨੇ, ਬਿਪਿਨ ਚੰਦਰ ਜੋਸ਼ੀ ਨੇ, ਮੈਂ ਹੋਰ ਵੀ ਬਹੁਤ ਸਾਰੇ ਨਾਮ ਪੜ੍ਹ ਸਕਦਾ। ਬਹੁਤ ਵਾਰੀ ਲੋਕ ਫੋਨ ਕਰਦੇ ਨੇ ਕਿ ਜੀ ਬੱਚੀ ਦਾ ਨਾਮ ਰੱਖਣਾ ਹੈ, ਕੋਈ ਸੋਹਣਾ ਜਿਹਾ ਨਾਮ ਦੱਸਣਾ। ਮੈਨੂੰ ਲੱਗਦਾ ਉਹ ਨਾਮ ਜੋਗਾ ਸਮਾਂ ਰਹਿ ਜਾਵੇ, ਇਸ ਕਰਕੇ ਬਾਕੀ ਮੈਂ ਛੱਡ ਰਿਹਾ। ਛੋਟੀ ਜੀ 3 ਸਾਲਾਂ ਦੀ ਉਹ ਬੱਚੀ ਜਿਹਦੀ ਬਿਲਕਿਸ ਬਾਨੋ ਦੇ ਕੇਸ ਦੀ ਸਾਰੀ ਚਰਚਾ ਦੌਰਾਨ ਵੀ ਕਿਧਰੇ ਮੈਂ ਘੱਟ ਹੀ ਜ਼ਿਕਰ ਸੁਣਿਆ, ਉਹਦਾ ਨਾਮ ਸਾਲੇਹ ਸੀ। ਸਾਲੇਹ ਪਵਿੱਤਰ, ਸਾਬਤ, ਪਾਇਸ, ਗੁੱਡ, ਵਰਚੁਅਸ, ਸੰਸਕਾਰਾਂ ਵਾਲੀ। थिंक अबाउट साले बारे सोचना ते अपने बारे सोचना, बिल्किस बानो दा सारा केस समझ आ जाएगा। अज लिए इन्ना ही, धन्यवाद ते रब रखा।